सुन शब्द विचारा। ਵੀਕਲੀ ਲੜੀਵਾਰ ਸ਼ੋਅ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦਾ 9ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੁਹਾਡੇ ਵਿੱਚੋਂ ਜੇ ਕੋਈ ਸਾਡੇ ਪਿਛਲੇ 8 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰਗਿਆਨ TV ਤੇ ਜਾ ਕੇ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। YouTube ਤੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਅਤੇ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ YouTube ਚੈਨਲ ਗੁਰਗਿਆਨ TV ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਹਰੇਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਡਾ ਇਹ ਸ਼ੋਅ ਗੁਰਗਿਆਨ ਦਾ ਨਗਾਰਾ ਦੇਖਣ ਵਾਲੇ ਦਰਸ਼ਕਾਂ ਵੱਲੋਂ ਸਾਨੂੰ ਬਹੁਤ ਹੀ ਸਪਲੈਂਡਡ ਰਿਸਪੌਂਸ ਮਿਲ ਰਿਹਾ ਹੈ। ਤੁਹਾਨੂੰ ਪਤਾ ਹੀ ਹੈ ਕਿ ਜੁਲਾਈ ਮਹੀਨੇ ਵਿੱਚ 5 ਸੈਟਰਡੇਜ਼ ਹਨ। ਅੱਜ ਆਪਾਂ ਇੱਕ ਸਪੈਸ਼ਲ 5ਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ। ਸਿੱਖ ਜਗਤ ਵਿੱਚ ਬਹੁਤ ਹੀ ਇੰਪੋਰਟੈਂਟ ਸਬਜੈਕਟ ਹੈ ਅਰਦਾਸ। ਆਓ ਅੱਜ ਆਪਾਂ ਗਿਆਨੀ ਰਾਮ ਸਿੰਘ ਚਹਿਲਾਂ ਜੀ ਤੋਂ ਅਰਦਾਸ ਬਾਰੇ ਵਿਚਾਰ ਸੁਣਦੇ ਹਾਂ ਜੀ। ਗੁਰਗਿਆਨ ਦਾ ਨਗਾਰਾ ਸ਼ੋਅ ਦੇ ਸਮੂਹ ਦਰਸ਼ਕਾਂ ਦਾ, ਸਾਡੇ ਸਪਾਂਸਰਸ ਦਾ, ਸਾਡੀ ਸਮੁੱਚੀ ਟੀਮ ਦਾ ਤੇ ਬੇਟੀ ਸੁਖਮਨ ਕੌਰ ਦਾ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸੁਖਮਨ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਜੁਲਾਈ ਮਹੀਨੇ ਦੇ 5 ਸੈਟਰਡੇ ਨੇ ਤੇ ਅੱਜ 5ਵਾਂ ਸੈਟਰਡੇ ਹੋਣ ਕਰਕੇ ਅੱਜ ਆਪਾਂ ਇੱਕ ਵਿਸ਼ੇਸ਼ ਟੌਪਿਕ ਤੁਹਾਡੇ ਨਾਲ ਵਿਚਾਰ ਰਹੇ ਹਾਂ, ਉਹ ਹੈ ਅਰਦਾਸ। ਅਰਦਾਸ ਇਜ਼ ਅ ਪ੍ਰੈਸ਼ੀਅਸ ਗਿਫਟ। ਆਪਣੀ ਹਿਰਦੇ ਦੀ ਗੱਲ ਰੱਬ ਦੇ ਕੋਲ ਕਰਨ ਵਾਸਤੇ ਜਾਂ ਆਪਣੇ ਮੁਰਸ਼ਦ ਪੀਰ ਗੁਰੂ ਪਿਤਾ ਜੀ ਦੇ ਕੋਲ ਕਰਨ ਵਾਸਤੇ ਇਹ ਇੱਕ ਸਾਧਨ ਹੈ ਅਰਦਾਸ। ਸਿੱਖ ਜਗਤ ਦੇ ਵਿੱਚ ਅਰਦਾਸ 2 ਤਰ੍ਹਾਂ ਦੀ ਹੈ, ਨਿੱਜੀ ਅਰਦਾਸ ਤੇ ਪੰਥਕ ਅਰਦਾਸ। ਜਿਹੜੀ ਨਿੱਜੀ ਅਰਦਾਸ ਹੈ, ਸ਼ਖਸੀ ਅਰਦਾਸ ਵੀ ਇਹਨੂੰ ਕਹਿੰਦੇ ਨੇ, ਇੰਡੀਵਿਜੂਅਲ ਪ੍ਰੇਅਰ, ਇਹ ਹੁੰਦੀ ਹੈ ਕਿ ਕੁਝ ਮਨ ਦੇ ਵਿੱਚ ਹਿਰਦੇ ਦੀ ਗਹਿਰਾਈ ਵਿੱਚ ਐਸਾ ਹੈ ਕਿ ਮੈਂ ਚਾਹੁੰਦਾ ਕਿ ਰੱਬ ਇੱਦਾਂ ਕਰ ਦੇਵੇ। ਜੇ ਉਹ ਪ੍ਰਾਪਤੀ ਹੋ ਜਾਵੇ ਤਾਂ ਉਹਦਾ ਫਾਇਦਾ ਮੈਨੂੰ ਆਪ ਨੂੰ ਹੈ ਜਾਂ ਮੇਰੇ ਪਰਿਵਾਰ ਨੂੰ ਹੈ ਜਾਂ ਮੇਰੇ ਬੱਚਿਆਂ ਨੂੰ ਹੈ। ਨਾ ਹੋਵੇ ਤਾਂ ਉਹਦਾ ਨੁਕਸਾਨ ਵੀ ਸਾਨੂੰ ਹੈ। ਐਸੀ ਅਰਦਾਸ ਨੂੰ ਨਿੱਜੀ ਅਰਦਾਸ ਕਹਿੰਦੇ ਨੇ। ਪਰ ਸਿੱਖ ਜਗਤ ਦੇ ਵਿੱਚ ਜਿਹੜਾ ਆਪਣੇ ਲਈ ਕੁਝ ਮੰਗਣਾ ਹੈ ਜਾਂ ਆਪਣੇ ਲਈ ਕੁਝ ਹਿਰਦੇ ਦੀ ਚਾਹਤ ਹੈ, ਇਹ ਸੱਚੀ ਬੋਲਣ ਦਾ ਵਿਸ਼ਾ ਨਹੀਂ, ਇਹ ਹਿਰਦੇ ਦੀ ਤੜਫ ਹੀ ਅਰਦਾਸ ਹੁੰਦੀ ਹੈ। ਕੌਣ ਕਿੱਥੇ ਖੜਾ ਹੈ, ਕਿੱਥੇ ਬੈਠਾ ਹੈ, ਇਹ ਨਹੀਂ। ਅੰਦਰ ਜਿਹੜੀ ਹਿਰਦੇ ਦੀ ਤੜਫ ਹੈ, ਉਹ ਨਿੱਜੀ ਅਰਦਾਸ ਕਦੀ ਵੀ ਕੀਤੀ ਜਾਂ ਕਰਾਈ ਨਹੀਂ ਜਾਂਦੀ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਭਾਵੇਂ ਅਰਦਾਸ ਹੈ, ਭਾਵੇਂ ਗੁਰਬਾਣੀ ਦਾ ਪਾਠ ਹੈ, ਇਹ ਕਰਵਾਉਣ ਦਾ ਵਿਸ਼ਾ ਨਹੀਂ, ਇਹ ਤੇ ਆਪ ਕਰਨ ਦਾ ਵਿਸ਼ਾ ਹੈ। ਜਦੋਂ ਵੀ ਮਨ ਅੰਦਰ ਕੋਈ ਐਸੀ ਤੜਫ, ਐਸੀ ਇੱਛਾ ਜਾਗ ਪਵੇ ਕਿ ਰੱਬ ਮੇਰੇ ਲਈ ਆ ਕਰੇ ਜਾਂ ਰੱਬ ਇੱਦਾਂ ਕਰ ਦੇਵੇ, ਤਾਂ ਉਸ ਵੇਲੇ ਹਮੇਸ਼ਾ ਵਿਸ਼ਵਾਸ ਕਰਨਾ ਕਿ ਰੱਬ ਤਾਂ ਆਲਰੇਡੀ ਕਰ ਰਿਹਾ ਹੈ ਤੇ ਮੇਰੀ ਹਿਰਦੇ ਦੀ ਅਰਦਾਸ ਹੀ, ਮੇਰੀ ਹਿਰਦੇ ਦੀ ਪੀੜਾ ਹੀ ਅਰਦਾਸ ਹੈ। ਤੇ ਕਈ ਵਾਰੀ ਐਸਾ ਵੀ ਹੁੰਦਾ ਕਿ ਸਾਡਾ ਮਨ ਬਹੁਤ ਦੁਖੀ ਹੈ, ਢੇਰੀਆਂ ਢਾਹ ਗਿਆ ਹੈ, ਅੰਦਰੋਂ ਅੰਦਰੀ ਅਸੀਂ ਗਿਵ ਅਪ ਹੀ ਕਰ ਗਏ ਹਾਂ ਕਿ ਨਹੀਂ ਹੋਏਗਾ। ਕਦੀ ਲੱਗਦਾ ਮੇਰੀ ਜ਼ਿੰਦਗੀ 'ਚ ਨਹੀਂ ਹੋ ਸਕਦਾ, ਕਦੀ ਲੱਗਦਾ ਮੇਰੇ ਘਰ ਵਿੱਚ ਨਹੀਂ ਹੋ ਸਕਦਾ, ਕਦੀ ਲੱਗਦਾ ਮੇਰੇ ਬੱਚੇ ਨਹੀਂ ਸੁਧਰ ਸਕਦੇ, ਜਾਂ ਸਾਡੇ ਜਿਹੜੇ ਰਿਸ਼ਤੇ ਨੇ ਇਹਨਾਂ ਵਿੱਚ ਏਕਤਾ ਨਹੀਂ ਆ ਸਕਦੀ, ਪਿਆਰ ਨਹੀਂ ਆ ਸਕਦਾ। ਜਦੋਂ ਮਨ ਢੇਰੀਆਂ ਢਾਹ ਜਾਵੇ, ਉਹ ਹਿਰਦੇ ਦਾ, ਮਨ ਦਾ ਗਿਵ ਅਪ ਕਰਨਾ ਹੀ ਖੁਦ ਅਰਦਾਸ ਹੁੰਦੀ ਹੈ। ਇਸ ਲਈ ਗੁਰੂ ਕੇ ਗੁਰਸਿੱਖਾਂ ਨੂੰ ਗੁਰੂ ਪਿਤਾ ਜੀ ਤੋਂ ਆਪ ਮੰਗਣ ਦੀ ਲੋੜ ਨਹੀਂ। ਪਿਛਲੇ ਐਪੀਸੋਡ ਵਿੱਚ ਆਪਾਂ ਸਿੱਖਿਆ ਸੀ ਕਿ ਮੱਥਾ ਟੇਕਣ ਦੇ ਅਰਥ ਹੈ ਕਿ ਗੁਰੂ ਪਿਤਾ ਜੀ ਦਾ ਹਰ ਹੁਕਮ ਮੰਨਣ ਲਈ ਤਿਆਰ ਹਾਂ, ਮੰਗਣ ਦਾ ਵਿਸ਼ਾ ਨਹੀਂ ਹੈ। ਉਸ ਤੋਂ ਬਾਅਦ ਜਿਹੜੀ ਪੰਥਕ ਅਰਦਾਸ ਹੈ, ਅਸੀਂ ਅੱਜ ਇੱਕ ਮਾਰ ਖਾ ਰਹੇ ਹਾਂ। ਅਸੀਂ ਨਿੱਜੀ ਅਰਦਾਸਾਂ ਤੇ ਪੰਥਕ ਅਰਦਾਸਾਂ ਮਿਕਸ ਕਰ ਦਿੱਤੀਆਂ। ਜਿਹੜੀ ਪੰਥਕ ਅਰਦਾਸ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ,
ਉਹ ਤਕਰੀਬਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੁੰਦੀ ਹੈ। ਅਖੀਰ ਦੇ ਵਿੱਚ ਦੋ ਹੀ ਸ਼ਬਦ ਬੋਲੇ ਜਾਂਦੇ ਨੇ, ਜਿਹੜੀ ਬਾਣੀ ਪੜ੍ਹੀ ਹੈ ਜਾਂ ਜਿਹੜੀ ਚੌਂਕੀ ਹੈ ਉਸ ਦੀ ਅਰਦਾਸ ਹੈ ਜੀ। ਦੂਸਰੀ ਗੱਲ ਕਹੀ ਜਾਂਦੀ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ, ਵਾਹਿਗੁਰੂ ਸਰਬੱਤ ਦੇ ਕਾਰਜ ਰਾਸ ਕਰਨੇ, ਹੋਰ ਨਹੀਂ ਕੁਝ ਮੰਗਿਆ ਜਾਂਦਾ। ਤਾਂ ਉਹ ਜਿਹੜੀ ਪੰਥਕ ਅਰਦਾਸ ਹੈ ਉਹ ਅੱਜ ਆਪਾਂ ਵਿਚਾਰਾਂਗੇ। ਇਹਦੇ 7 ਪੈਰਾਗ੍ਰਾਫਸ ਨੇ, 7 ਪੈਰਾਗ੍ਰਾਫ ਹੈ। ਜਿਹੜਾ ਪਹਿਲਾ ਪੈਰਾ ਹੈ ਨਾ ਅਰਦਾਸ ਦਾ, ਉਸ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਾਂਗੇ, ਉਹਨੂੰ ਗੌਰ ਨਾਲ ਸਮਝਾਂਗੇ, ਤਾਂ ਉਸ ਵਿੱਚ ਇੱਕ ਅਹਿਸਾਸ ਜਾਗਦਾ ਹੈ ਕਿ ਮੈਂ ਕਿਸ ਪਰਿਵਾਰ ਨਾਲ ਸੰਬੰਧਿਤ ਹਾਂ, ਮੈਂ ਗੁਰੂ ਸਾਹਿਬਾਨਾਂ ਦੇ ਖਾਨਦਾਨ ਵਿੱਚੋਂ ਹਾਂ। ਇੱਕ ਨੁਕਤਾ ਹੋਰ ਯਾਦ ਰੱਖਿਓ, 4 ਚੀਜ਼ਾਂ ਨੇ। ਅਹਿਸਾਸ ਹੁੰਦਾ ਹੈ ਰਿਅਲਾਈਜ਼ਡ ਹੋਣਾ, ਦੂਸਰਾ ਹੁੰਦਾ ਹੈ ਵਿਸ਼ਵਾਸ, ਤੇ ਤੀਸਰਾ ਹੁੰਦਾ ਹੈ ਅਭਿਆਸ। ਇਹ ਅਰਦਾਸ ਵਿੱਚ ਤਿੰਨੋਂ ਹੀ ਨੇ। ਜੇ ਅਰਦਾਸ ਮੁਤਾਬਕ ਸਾਡੀ ਜ਼ਿੰਦਗੀ ਵਿੱਚ ਅਹਿਸਾਸ ਹੋ ਜਾਵੇ, ਅਸੀਂ ਰਿਅਲਾਈਜ਼ ਕਰ ਸਕੀਏ, ਉਹ ਜੋ ਪਹਿਲੇ 3 ਪੈਰਾਗ੍ਰਾਫ ਦੇ ਵਿੱਚ ਹੈ, ਜੇ ਅਸੀਂ ਅਹਿਸਾਸ ਕਰ ਸਕੀਏ, ਤੇ ਚੌਥਾ ਪੈਰਾਗ੍ਰਾਫ ਦੇ ਵਿੱਚ ਜੋ ਹੈ ਉਹ ਅਸੀਂ ਵਿਸ਼ਵਾਸ ਕਰ ਸਕੀਏ, ਤੇ ਅਸੀਂ 5ਵੇਂ 6ਵੇਂ ਤੇ 7ਵੇਂ ਪੈਰਾਗ੍ਰਾਫ ਦੇ ਵਿੱਚ ਜੋ ਮੰਗਿਆ ਗਿਆ ਉਹਦੇ ਲਈ ਅਭਿਆਸ ਕਰ ਸਕੀਏ, ਤਾਂ ਅਹਿਸਾਸ, ਵਿਸ਼ਵਾਸ ਤੇ ਅਭਿਆਸ ਦੇ ਵਿੱਚੋਂ ਸੱਚ ਜਾਣਿਓ ਸਾਡੀ ਜ਼ਿੰਦਗੀ ਅਰਦਾਸ ਬਣੇਗੀ। ਤਾਂ ਪਹਿਲਾ ਪੈਰਾਗ੍ਰਾਫ ਇੱਕ ਅਹਿਸਾਸ ਕਰਾਉਂਦਾ ਹੈ, ਰਿਅਲਾਈਜ਼ ਕਰਾਉਂਦਾ ਹੈ ਕਿ ਮੈਂ 10 ਗੁਰੂ ਸਾਹਿਬਾਨਾਂ ਦੇ ਖਾਨਦਾਨ ਵਿੱਚੋਂ ਹਾਂ। ਇੱਕ ਨੁਕਤਾ ਹੋਰ ਦੇਖਿਓ, ਸੰਗਤ ਜੁੜੀ ਹੋਈ ਹੈ, ਕਥਾ ਕੀਰਤਨ ਹੋ ਰਿਹਾ ਹੈ, ਦੀਵਾਨ ਸਜਿਆ ਹੋਇਆ। ਜਦੋਂ ਅਰਦਾਸ ਹੋਣੀ ਹੁੰਦੀ ਹੈ, ਆਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਪੜ੍ਹ ਕੇ, 6 ਪੌੜੀਆਂ ਪੜ੍ਹ ਕੇ, ਫਿਰ ਇੱਕ ਵਿਅਕਤੀ ਗੁਰੂ ਸਾਹਿਬ ਦੇ ਅੱਗੇ ਖੜ ਜਾਂਦਾ ਹੈ। ਉਂਝ ਆਮ ਚੱਲਦੀ ਉਹਦੀ ਪਰੰਪਰਾ ਅਨੁਸਾਰ ਗੁਰੂ ਕੇ ਗ੍ਰੰਥੀ ਸਿੰਘ ਉਹ ਅੱਗੇ ਖੜ ਕੇ ਅਰਦਾਸ ਕਰਦੇ ਨੇ, ਤੇ ਵੈਸੇ ਕੋਈ ਵੀ ਅਰਦਾਸ ਕਰ ਸਕਦਾ, ਇਹ ਕੋਈ ਨਿਸ਼ਚਿਤ ਨਹੀਂ ਹੈ। ਕੋਈ ਬੱਚਾ ਵੀ ਕਰ ਸਕਦਾ ਹੈ, ਸਾਡੀ ਕੋਈ ਧੀ ਭੈਣ ਵੀ ਕਰ ਸਕਦੀ ਹੈ, ਬਜ਼ੁਰਗ ਵੀ ਕਰ ਸਕਦਾ ਹੈ, ਕੋਈ ਮਾਂ ਵੀ ਕਰ ਸਕਦੀ ਹੈ, ਨੌਜਵਾਨ ਕਰ ਸਕਦੇ ਨੇ, ਕੋਈ ਵੀ ਕਰ ਸਕਦਾ ਹੈ। ਪਰ ਇੱਕ ਜਾਣਾ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਗੱਲ ਕਹਿ ਰਿਹਾ, ਤੇ ਦੂਜੇ ਸਾਰੇ ਹੱਥ ਜੋੜ ਕੇ ਖੜੇ ਨੇ। ਭਾਵ ਜਿਵੇਂ ਇੱਕ ਡੈਪੂਟੇਸ਼ਨ ਹੁੰਦਾ ਹੈ, ਉਸ ਡੈਪੂਟੇਸ਼ਨ ਵਿੱਚ ਗੱਲ ਇੱਕ ਜਾਣਾ ਕਰਦਾ ਹੈ ਤੇ ਸਾਰਾ ਡੈਪੂਟੇਸ਼ਨ ਉਹਦੇ ਨਾਲ ਸਹਿਮਤ ਹੁੰਦਾ ਹੈ। ਇਸ ਤਰ੍ਹਾਂ ਸਾਰੀ ਸੰਗਤ ਉਹਨਾਂ ਵਿਚਾਰਾਂ ਨਾਲ ਸਹਿਮਤ ਹੈ, ਤੇ ਗੁਰੂ ਪਾਤਸ਼ਾਹ ਦੇ ਅੱਗੇ ਖੜ ਕੇ ਕਹਿੰਦੇ ਨੇ ਕਿ ਅਸੀਂ ਰੱਬ ਦੇ ਪੁੱਤਰ ਹਾਂ, ਤੇ ਰੱਬ ਦੇ ਕੋਲ ਖੜ ਕੇ ਅਸੀਂ ਗੁਰੂ ਪਿਤਾ ਜੀ ਦੇ ਨਾਲ ਕੁਝ ਗੱਲਾਂ ਕਰ ਰਹੇ ਹਾਂ, ਤੇ ਦੱਸ ਰਹੇ ਹਾਂ, ਅਹਿਸਾਸ ਕਰ ਰਹੇ ਹਾਂ ਕਿ ਅਸੀਂ 10 ਗੁਰੂ ਸਾਹਿਬਾਨਾਂ ਦੇ ਖਾਨਦਾਨ ਵਿੱਚੋਂ ਹਾਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਹੁਣ ਇੱਥੋਂ ਤੱਕ ਕਹਿ ਕੇ, ਅਹਿਸਾਸ ਕਰਕੇ ਕਿ ਅਸੀਂ 10 ਗੁਰੂ ਸਾਹਿਬਾਨਾਂ ਦੇ ਖਾਨਦਾਨ ਵਿੱਚੋਂ ਹਾਂ, ਤੇ ਅਖੀਰਲੀ ਜਿਹੜੀ ਪੰਕਤੀ ਹੈ ਨਾ, ਉਹ ਸਾਰੇ ਡੈਪੂਟੇਸ਼ਨ ਨੂੰ ਕਿਹਾ ਜਾਂਦਾ ਹੈ। ਨੋਟ ਰੱਖਿਓ, ਇੱਥੋਂ ਤੱਕ ਪੰਕਤੀਆਂ ਗੁਰੂ ਪਿਤਾ ਜੀ ਨੂੰ ਕਿਹਾ ਜਾਂਦੀਆਂ ਨੇ ਜਾਂ ਰੱਬ ਨੂੰ ਕਹੀਆਂ ਜਾਂਦੀਆਂ ਨੇ, ਤੇ ਅਖੀਰਲੀ ਪੰਕਤੀ ਸੰਗਤ ਨੂੰ ਕਹੀ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਗੱਲ ਹਾਲੇ ਵਿੱਚ ਪਈ ਹੈ, ਤੇ ਤੁਸੀਂ ਧਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਰੱਖਿਓ ਤੇ ਕਹਿ ਦਿਓ, ਹੇ ਗੁਰੂ ਜੀ ਤੁਸੀਂ ਵਾਹ ਹੋ। ਉਸ ਤੋਂ ਬਾਅਦ ਦੂਸਰਾ ਪੈਰਾਗ੍ਰਾਫ, ਉਸ ਵਿੱਚ ਅਹਿਸਾਸ ਹੈ, ਰਿਅਲਾਈਜ਼ ਕੀਤਾ ਗਿਆ ਕਿ ਅਸੀਂ ਪਿਆਰੇ ਸਚਿਆਰਿਆਂ ਦੇ ਖਾਨਦਾਨ ਵਿੱਚੋਂ ਹਾਂ। ਤਿੰਨਾਂ ਪਿਆਰਿਆਂ ਸਚਿਆਰਿਆਂ, ਵਾਹਿਗੁਰੂ ਕਿੰਨੇ ਪਿਆਰੇ ਸ਼ਬਦ ਨੇ। 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਬਾਹੀ, ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਿਆਰੇ ਸਚਿਆਰੇ ਕੌਣ ਨੇ? ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਬੀਬੀ ਭਾਨੀ ਜੀ ਵਰਗੀਆਂ, ਬੇਬੇ ਨਾਨਕੀ ਵਰਗੇ, ਫਿਰ ਬੀਬੀ ਅਮਰੋ ਜੀ ਵਰਗੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬੇਟੀ, ਫਿਰ ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਭਾਈ ਕਨਈਆ ਜੀ ਵਰਗੇ,
ਗੁਰੂ ਕੇ ਸੂਰਮੇ ਜਿਨ੍ਹਾਂ ਹਿਸਟਰੀ ਰਚੀ, ਜਿਨ੍ਹਾਂ ਜੀਵਨ ਜਿਉਇਆ, ਗੁਰੂ ਪਾਤਸ਼ਾਹ ਨੂੰ ਆਪਾਂ ਵਾਰ ਕੇ ਅਸੀਂ ਉਹਨਾਂ ਪਿਆਰੇ ਸਚਿਆਰਾਂ ਦੇ ਖਾਨਦਾਨ ਵਿੱਚੋਂ ਹਾਂ। ਤਾਂ 2 ਪੈਰਾਗ੍ਰਾਫ ਸਾਨੂੰ ਅਹਿਸਾਸ ਕਰਾਉਣਗੇ, ਜੇ ਅਸੀਂ ਗੁਰੂ ਪਿਤਾ ਜੀ ਦੇ ਖਾਨਦਾਨ ਵਿੱਚੋਂ ਹਾਂ ਤੇ ਸਾਡਾ ਵਰਤੋਂ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸਾਡੀ ਸੋਚ ਸੁਭਾਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸਾਡੇ ਘਰਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਜੇ ਅਸੀਂ ਪਿਆਰਿਆਂ ਸਚਿਆਰਾਂ ਦੇ ਖਾਨਦਾਨ ਵਿੱਚੋਂ ਹਾਂ ਤੇ ਫਿਰ ਸਾਡੀ ਸੋਚ, ਸਾਡਾ ਮਿਸ਼ਨ, ਸਾਡਾ ਵਿਜ਼ਨ, ਸਾਡੇ ਨਿਸ਼ਾਨੇ ਕਿਹੋ ਜਿਹੇ ਹੋਣੇ ਚਾਹੀਦੇ ਨੇ। ਤੀਸਰੇ ਪੈਰਾਗ੍ਰਾਫ ਵਿੱਚ ਅਹਿਸਾਸ ਕਰਾਇਆ ਗਿਆ ਅਸੀਂ ਸ਼ਹੀਦਾਂ ਦੇ ਖਾਨਦਾਨ ਵਿੱਚੋਂ ਹਾਂ, ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਚਰਖੜੀਆਂ ਤੇ ਚੜੇ, ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਤਨ ਆਰਿਆਂ ਨਾਲ ਚੀਰੇ ਗਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ। ਆਹ ਚੀਜ਼ਾਂ ਯਾਦ ਰੱਖਿਓ। ਜੇ ਗੁਰਬਾਣੀ, ਗੁਰਮਤਿ, ਗੁਰਸਿੱਖੀ ਘਰਾਂ ਚੋਂ ਨਿਕਲ ਗਈ, ਸਾਡੇ ਘਰ ਵਿੱਚ ਧਰਮ ਹਾਰ ਗਿਆ, ਸਾਡੇ ਜੀਵਨ ਚੋਂ ਧਰਮ ਹਾਰ ਗਿਆ। ਅਸੀਂ ਉਸ ਖਾਨਦਾਨ ਵਿੱਚੋਂ ਹਾਂ ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਕੇਸਾਂ ਤੋਂ ਬਿਨਾਂ ਸਿੱਖ ਅਧੂਰਾ ਹੈ। ਹਰ ਸਵਾਸ ਆਪਣੇ ਗੁਰੂ ਪਾਤਸ਼ਾਹ ਦੀ ਸਿੱਖੀ ਨੂੰ ਸਮਰਪਿਤ ਹੋ ਕੇ। ਇਹ 3 ਪੈਰਾਗ੍ਰਾਫ ਸਾਡੇ ਅੰਦਰ ਅਹਿਸਾਸ ਜਗਾਉਂਦੇ ਨੇ ਅਸੀਂ ਗੁਰੂ ਸਾਹਿਬਾਨਾਂ ਦੇ ਖਾਨਦਾਨ ਵਿੱਚੋਂ, ਅਸੀਂ ਪਿਆਰਿਆਂ ਸਚਿਆਰਿਆਂ ਦੇ ਖਾਨਦਾਨ ਵਿੱਚੋਂ ਤੇ ਅਸੀਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਖਾਨਦਾਨ ਵਿੱਚੋਂ ਹਾਂ। ਸਾਡੇ ਅੰਦਰ ਜਜ਼ਬਾ ਨਹੀਂ ਮਰਨਾ ਚਾਹੀਦਾ, ਸਾਡੇ ਅੰਦਰੋਂ ਜੋਸ਼ ਨਹੀਂ ਮਰਨਾ ਚਾਹੀਦਾ, ਸਾਡੇ ਅੰਦਰ ਵੱਡੇ ਵਿਜ਼ਨ, ਵੱਡੀਆਂ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ। ਜੇ ਸਾਡੇ ਨਿਸ਼ਾਨੇ ਵੱਡੇ ਹੋਣਗੇ, ਵਿਜ਼ਨ ਵੱਡੇ ਹੋਣਗੇ ਤਾਂ ਸਾਡੀਆਂ ਪ੍ਰਾਪਤੀਆਂ ਵੱਡੀਆਂ ਹੋਣਗੀਆਂ। ਇੱਦਾਂ ਨਹੀਂ ਹੁੰਦਾ ਕਿ ਅਸੀਂ ਅਰਦਾਸ ਵਿੱਚ ਖੜ ਗਏ ਤੇ ਅਰਦਾਸ ਅਸੀਂ ਕਰ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ। ਨਹੀਂ, ਪਹਿਲੇ 3 ਪੈਰਾਗ੍ਰਾਫ ਮਹਿਸੂਸ ਕਰਨਾ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੇ, ਪਿਆਰਿਆਂ ਸਚਿਆਰਿਆਂ ਦੇ ਅਤੇ ਸ਼ਹੀਦਾਂ ਦੇ ਖਾਨਦਾਨ ਵਿੱਚੋਂ ਹਾਂ। ਉਸ ਤੋਂ ਬਾਅਦ ਚੌਥੇ ਪੈਰਾਗ੍ਰਾਫ ਦੇ ਵਿੱਚ ਫਿਰ ਹੈ ਵਿਸ਼ਵਾਸ। ਕਿਆ ਬਾਤ ਹੈ ਜੀ। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ।
ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚੈਨਲ ਤੋਂ ਅਰਦਾਸ ਬਾਰੇ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਸੁਖਮਨ। ਬ੍ਰੇਕ ਤੋਂ ਪਹਿਲਾਂ ਆਪਾਂ ਵਿਚਾਰ ਰਹੇ ਸੀ ਅਰਦਾਸ ਦੇ 3 ਪੈਰਾਗ੍ਰਾਫ ਦੇ ਵਿੱਚ ਸਾਨੂੰ ਅਹਿਸਾਸ ਜਾਗਦਾ ਹੈ, ਇੱਕ ਪ੍ਰਾਊਡ ਫੀਲਿੰਗ ਅੰਦਰ ਬਣਦੀ ਹੈ। ਅਸੀਂ ਬੋਲਦੇ ਨਾ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ, ਮੈਨੂੰ ਸਿੱਖ ਹੋਣ ਤੇ ਮਾਣ ਹੈ। ਸੱਚੀ ਇਹ ਪਹਿਲੇ 3 ਪੈਰਾਗ੍ਰਾਫ ਇੱਕ ਫਖਰ ਜਗਾਉਂਦੇ ਨੇ, ਇੱਕ ਮਾਣ ਮਹਿਸੂਸ ਕਰਾਉਂਦੇ ਨੇ, ਪ੍ਰਾਊਡ ਫੀਲਿੰਗ ਦਿੰਦੇ ਨੇ। ਮੈਂ ਗੁਰੂ ਪਾਤਸ਼ਾਹ ਦੇ ਖਾਨਦਾਨ ਵਿੱਚੋਂ ਹਾਂ, ਮੈਂ ਪਿਆਰਿਆਂ ਸੱਚਿਆਰਿਆਂ ਦੇ ਖਾਨਦਾਨ ਵਿੱਚੋਂ ਹਾਂ, ਮੈਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਖਾਨਦਾਨ ਵਿੱਚੋਂ ਹਾਂ। ਜੇ ਸਾਡੇ ਘਰਾਂ ਵਿੱਚ ਅਰਦਾਸਾਂ ਹੋਣ ਤੇ ਅਸੀਂ ਇਹ ਪਹਿਲੇ 3 ਪੈਰਾਗ੍ਰਾਫ ਦੇ ਵਿੱਚੋਂ ਅਸੀਂ ਅਹਿਸਾਸ ਕਰੀਏ, ਰਿਅਲਾਈਜ਼ ਕਰੀਏ ਅਸੀਂ ਕੌਣ ਹਾਂ, ਸੱਚ ਜਾਣਿਓ ਘਰਾਂ ਦਾ ਮਾਹੌਲ ਬਦਲ ਜਾਏਗਾ, ਸਾਡਾ ਆਪਸੀ ਵਰਤੋਂ ਵਿਵਹਾਰ ਬਦਲ ਜਾਏਗਾ, ਸਾਡੇ ਨਿਸ਼ਾਨੇ ਸਾਡੇ ਵਿਜ਼ਨ ਵੱਡੇ ਹੋ ਜਾਣਗੇ। ਆਓ ਦੇਖੀਏ ਅੱਗੇ ਵਿਸ਼ਵਾਸ। ਚੌਥੇ ਪੈਰਾਗ੍ਰਾਫ ਦੇ ਵਿੱਚ ਇੱਕ ਨੁਕਤਾ ਯਾਦ ਰੱਖਿਓ, ਜਦੋਂ ਕੋਈ ਅਮੀਰ ਪਿਤਾ ਦਾ ਪੁੱਤਰ ਹੁੰਦਾ ਹੈ ਤੇ ਆਪਣੇ ਅਮੀਰ ਪਿਤਾ ਦੀ ਦਿੱਤੀ ਹੋਈ ਵਿਰਾਸਤ ਤੇ ਉਹਦੇ ਹੈਰੀਟੇਜ ਤੇ ਪ੍ਰਾਊਡ ਫੀਲ ਕਰਦਾ ਹੈ, ਮਾਣ ਕਰਦਾ ਹੈ, ਫਖਰ ਕਰਦਾ ਹੈ ਕਿ ਮੇਰੇ ਪਿਤਾ ਜੀ ਦੇ ਕੋਲ ਅਮੀਰ ਵਿਰਾਸਤ ਹੈ, ਰਿਚ ਹੈਰੀਟੇਜ ਹੈ। ਹੁਣ ਪੜ੍ਹ ਕੇ ਦੇਖੋ ਚੌਥਾ ਪੈਰਾਗ੍ਰਾਫ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। 5 ਤਖਤ ਸਾਨੂੰ ਕੁਝ ਸਿਖਾਉਂਦੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਮੈਸੇਜ ਹੈ ਕਿ ਰੱਬ ਦਾ ਤਖਤ ਸਾਡੇ ਅੰਦਰ ਹੈ, ਕਿਉਂਕਿ ਰੱਬ ਦੀ ਜੋਤ ਸਾਡੇ ਅੰਦਰ ਹੈ। ਅਸੀਂ ਹਰ ਵੇਲੇ ਮਹਿਸੂਸ ਕਰਨਾ ਹੈ ਵਾਹਿਗੁਰੂ ਜੀ ਵਿਦੇਨਾਸ, ਉਹ ਸਾਡੇ ਅੰਦਰ ਨੇ। ਉਹਨਾਂ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹਿਰਦੇ ਤੇ ਹੋਵੇ, ਸਾਡਾ ਹਿਰਦਾ ਰੱਬ ਦਾ ਤਖਤ ਬਣੇ। ਅਨੰਦਪੁਰ ਸਾਹਿਬ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕੇਸਾਂ ਤੋਂ ਬਿਨਾਂ ਸਿੱਖ ਅਧੂਰਾ ਹੈ। ਕੇਸ ਹੀ ਸਾਡੀ ਪਹਿਚਾਣ ਹੈ, ਕੇਸਾਂ ਨਾਲ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਅਸੀਂ ਗੁਰੂ ਪਿਤਾ ਜੀ ਦੇ ਪੁੱਤਰ ਧੀਆਂ ਹਾਂ। ਫਿਰ ਤਖਤ ਸ੍ਰੀ ਪਟਨਾ ਜੀ, ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ। ਪਟਨਾ ਸਾਹਿਬ ਦਾ ਤਖਤ ਦੱਸ ਰਿਹਾ ਕਿ ਹਰਮੰਦਰ ਇਹ ਸਰੀਰ ਹੈ, ਆ ਸਰੀਰ ਹਰੀ ਦਾ ਮੰਦਰ ਹੈ। ਤੇ ਗੁਰਬਾਣੀ ਅੰਦਰ ਇੱਕੋ ਸ਼ਲੋਕ ਵਿੱਚ ਦੂਜੀ ਗੱਲ ਕਹਿ ਦਿੱਤੀ ਹੈ, ਹਰਮੰਦਰ ਇਹ ਜਗਤ ਹੈ, ਇਹ ਸੰਸਾਰ ਹਰੀ ਦਾ ਮੰਦਰ ਹੈ, ਸਰੀਰ ਹਰੀ ਦਾ ਮੰਦਰ ਹੈ। ਅਸੀਂ ਹਰੀ ਦੇ ਮੰਦਰ ਵਿੱਚ ਹਰੀ ਦੀ ਭਾਵਨਾ ਅਨੁਸਾਰ, ਰੱਬ ਦੀ ਭਾਵਨਾ ਅਨੁਸਾਰ ਜਿਉਣਾ ਹੈ। ਤਖਤ ਸ੍ਰੀ ਹਜੂਰ ਸਾਹਿਬ, ਹਰ ਵੇਲੇ ਆਪਣੇ ਗੁਰੂ ਪਿਤਾ ਜੀ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ। ਤਖਤ ਸ੍ਰੀ ਦਮਦਮਾ ਸਾਹਿਬ, ਸਾਡਾ ਮਨ ਸਹਿਜ ਵਿੱਚ ਜਿਉਂਦਾ ਹੋਵੇ, ਆਨੰਦ ਵਿੱਚ ਜਿਉਂਦਾ ਹੋਵੇ। ਦਮ ਹੁੰਦਾ ਆਰਾਮ ਕਰਨਾ, ਰੁਕਣਾ। ਜਿੱਥੇ 5 ਤਖਤ ਸਾਨੂੰ ਮੈਸੇਜ ਦੇ ਰਹੇ ਨੇ, ਉੱਥੇ ਹਰ ਗੁਰਦੁਆਰਾ ਸਾਹਿਬ ਸਾਨੂੰ ਮੈਸੇਜ ਦੇ ਰਿਹਾ। ਗੁਰਦੁਆਰਾ ਠੰਡਾ ਬੁਰਜ ਫਤਿਹਗੜ੍ਹ ਸਾਹਿਬ ਦੱਸ ਰਿਹਾ ਦਾਦੀ ਮਾਂ ਕਿਹੋ ਜਿਹੀ ਹੋਣੀ ਚਾਹੀਦੀ ਹੈ, ਪੋਤੇ ਕਿਹੋ ਜਿਹੇ ਹੋਣੇ ਚਾਹੀਦੇ ਨੇ। ਚਮਕੌਰ ਦੀ ਗੜੀ ਦੱਸ ਰਹੀ ਹੈ ਕਿ ਨੌਜਵਾਨ ਕਿਹੋ ਜਿਹੇ ਹੋਣੇ ਚਾਹੀਦੇ ਨੇ। ਹਰ ਇਤਿਹਾਸਕ ਗੁਰਦੁਆਰਾ ਸਾਹਿਬ ਸਾਨੂੰ ਕੋਈ ਮੈਸੇਜ ਦੇ ਰਿਹਾ, ਸਾਨੂੰ ਕੋਈ ਸਿੱਖਿਆ ਦੇ ਰਿਹਾ, ਸਾਨੂੰ ਕੋਈ ਸਿਖਾ ਰਿਹਾ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰਤ ਟੁੱਟਦੀ ਹੈ, ਇਹ ਚੰਗੇ ਪਾਸਿਆਂ ਤੋਂ ਟੁੱਟ ਜਾਂਦੀ ਹੈ, ਗੰਢੀ ਜਾ ਸਕਦੀ ਹੈ। ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ, ਉਹ ਸਾਨੂੰ ਕੋਈ ਨਾ ਕੋਈ ਮੈਸੇਜ ਦੇ ਰਹੇ ਨੇ। ਉਹ ਮੈਸੇਜ ਸਾਡੇ ਲਈ ਰਿਚ ਹੈਰੀਟੇਜ ਹੈ, ਸਾਡੇ ਲਈ ਪ੍ਰੋਪਰਟੀ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਦਰਬਾਰ ਗੁਰੂ ਪਿਤਾ ਦਾ ਦਰਬਾਰ। ਸਾਡੇ ਅੰਦਰ ਜਿੰਨੀ ਗੁਰਬਾਣੀ ਯਾਦ ਹੈ, ਉਹ ਗੁਰੂ ਪਿਤਾ ਜੀ ਦਾ ਦਰਬਾਰ ਲੱਗਿਆ ਹੋਇਆ ਸਾਡੇ ਅੰਦਰ। ਅੰਮ੍ਰਿਤਸਰ, ਜਦੋਂ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਬਣਦੀ ਹੈ, ਅੰਦਰ ਗੁਣਾਂ ਦਾ ਰਸ ਬਣਦਾ ਹੈ, ਅੰਦਰ ਸ਼ੁਕਰਾਨੇ ਦਾ ਰਸ ਬਣਦਾ ਹੈ। ਉਹ ਸ਼ੁਕਰਾਨੇ ਦੇ ਰਸ ਵਿੱਚ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸੁਣ ਕੇ ਮੰਨਣਾ, ਸੁਣਨ ਦਾ ਵੀ ਰਸ ਮੰਨਣਾ, ਮੰਨਣ ਦਾ ਵੀ ਰਸ ਮੰਨਣਾ, ਉਹ ਅੰਮ੍ਰਿਤ ਦੇ ਸਰ ਦਾ ਰਸ ਹੈ। ਹੁਣ ਸੋਚਿਓ ਇਸ ਨੂੰ। ਪਹਿਲੇ 3 ਪੈਰਾਗ੍ਰਾਫ
एहसास जगा रहे ने, अंदर एक फ़ख्र माण महसूस करवा रहे ने, एक प्राउड फीलिंग बन रही है कि मैं गुरु नानक 10 गुरु ਸਾਹਿਬਾਨਾਂ ਦੇ ਖਾਨਦਾਨ ਵਿੱਚੋਂ ਹਾਂ, ਉਹਨਾਂ ਦੇ ਪੁੱਤਰ, ਉਹਨਾਂ ਦੀਆਂ ਧੀਆਂ ਹਾਂ। ਮੈਂ ਪਿਆਰਿਆਂ ਸਚਿਆਰਿਆਂ ਦੇ ਖਾਨਦਾਨ ਵਿੱਚੋਂ ਹਾਂ, ਮੈਂ ਸ਼ਹੀਦਾਂ ਦੇ ਖਾਨਦਾਨ ਵਿੱਚੋਂ ਹਾਂ ਤੇ ਮੇਰੇ ਕੋਲੇ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਉਹ ਪ੍ਰਾਪਰਟੀ ਹੈ, 5 ਤਖਤ ਤੇ ਹਰ ਇਤਿਹਾਸਕ ਗੁਰਦੁਆਰਾ ਜੋ ਮੈਨੂੰ ਸਿਖਾ ਰਿਹਾ ਹੈ ਉਹ ਮੇਰੇ ਗੁਰੂ ਪਿਤਾ ਦੀ ਅਮੀਰ ਵਿਰਾਸਤ ਹੈ, ਰਿਚ ਹੈਰੀਟੇਜ, ਜਿਹੜੀ ਕਦੀ ਵੀ ਖਤਮ ਨਹੀਂ ਹੋ ਸਕਦੀ, ਕਦੀ ਘਟ ਨਹੀਂ ਸਕਦੀ। 1947 ਆਇਆ, ਹਿੰਦੁਸਤਾਨ ਦਾ ਬਟਵਾਰਾ ਕਰ ਦਿੱਤਾ ਗਿਆ। ਇੱਕ ਪਾਸੇ ਪਾਕਿਸਤਾਨ ਬਣ ਗਿਆ, ਦੂਸਰੇ ਪਾਸੇ ਇੰਡੀਆ ਬਣ ਗਿਆ। ਸ਼ਾਇਦ 2 ਦੇਸ਼ ਨਹੀਂ, ਪੰਜਾਬ ਵੰਡਿਆ ਗਿਆ। ਇਧਰੋਂ ਹਿੰਦੂ ਮੁਸਲਮਾਨ, ਵਾਹਿਗੁਰੂ, ਇਧਰੋਂ ਮੁਸਲਮਾਨ ਵੀਰਾਂ ਨੂੰ ਸਭ ਕੁਝ ਆਪਣਾ ਲੁਟਾ ਪਟਾ ਕੇ ਉਜੜ ਕੇ ਉਧਰ ਜਾਣਾ ਪਿਆ। ਉਧਰੋਂ ਸਿੱਖ ਅਤੇ ਹਿੰਦੂ ਉਜੜ ਕੇ ਵਿਚਾਰੇ ਇੱਧਰ ਆਏ। ਰਾਤੇ ਰਾਤ ਸਭ ਕੁਝ ਲੁੱਟਿਆ ਪੁੱਟਿਆ ਗਿਆ। ਜ਼ਮੀਨ, ਜਾਇਦਾਦ, ਘਰ ਉਜੜ ਗਿਆ। ਕੁਝ ਪਰਿਵਾਰਕ ਮੈਂਬਰ ਵੀ ਮਾਰੇ ਗਏ। ਪਰ ਆ ਜਿਹੜੀ ਪ੍ਰਾਪਰਟੀ ਹੈ ਨਾ, ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਮੈਸੇਜ, ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ, ਇਹ ਨਾ ਉਜੜ ਸਕਦੀਆਂ ਨੇ, ਨਾ ਘਟ ਸਕਦੀਆਂ ਨੇ, ਨਾ ਕੋਈ ਖੋ ਸਕਦਾ ਹੈ। ਇਹ ਸਾਡੀ ਰਿਚ ਹੈਰੀਟੇਜ ਹੈ। ਆ ਵਿਸ਼ਵਾਸ ਜਗਾਉਂਦਾ ਚੌਥਾ ਪੈਰਾਗ੍ਰਾਫ। ਬੜੀ ਵਿਰਾਸਤ ਹੈ ਮੇਰੇ ਗੁਰੂ ਪਾਤਸ਼ਾਹ ਦੀ। 5 ਕਿਲੇ ਗੁਰੂ ਕਲਗੀਧਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿੱਚ ਵਸਾਏ। ਇੱਕ ਇੱਕ ਕਿਲੇ ਦੇ ਨਾਮ ਦੇ ਵਿੱਚੋਂ ਮੈਸੇਜ ਆਉਂਦਾ ਹੈ। ਲੋਹਗੜ੍ਹ ਸਾਹਿਬ ਲੋਹੇ ਵਾਂਗੂ ਮਜ਼ਬੂਤ, ਆਨੰਦਗੜ੍ਹ ਸਾਹਿਬ ਅੰਦਰ ਦੁੱਖਾਂ ਸੁੱਖਾਂ ਵਿੱਚ ਆਨੰਦ ਹੀ ਆਨੰਦ। ਕਦੀ ਗੁਰੂ ਪਾਤਸ਼ਾਹ ਦੇ 5 ਸਰੋਵਰਾਂ ਦੇ ਨਾਮ ਦੇਖਣੇ, ਕਦੀ ਗੁਰੂ ਪਾਤਸ਼ਾਹ ਦੇ ਵਸਾਏ ਹੋਏ ਸ਼ਹਿਰਾਂ ਦੇ ਨਾਮ ਦੇਖਣੇ। ਤਰਨ ਤਾਰਨ ਸਾਹਿਬ। ਮੇਰੇ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਸਾਨੂੰ ਚਿੰਤਾ, ਦੁੱਖ, ਬੁਰੀਆਂ ਆਦਤਾਂ ਵਿੱਚ ਡੁੱਬਣ ਤੋਂ ਬਚਾਉਣਗੀਆਂ। ਜਹਾਜ਼ ਹੈ ਇਹ। ਗੋਇੰਦਵਾਲ ਸਾਹਿਬ ਸਾਨੂੰ ਮਹਿਸੂਸ ਹੋਏਗਾ ਆ ਸੰਸਾਰ ਦੇ ਜ਼ਰੇ ਜ਼ਰੇ ਵਿੱਚ ਗੋਬਿੰਦ ਪ੍ਰਭੂ ਵਸਦੇ ਨੇ। ਸਾਡੇ ਅੰਦਰ ਗੋਬਿੰਦ ਪ੍ਰਭੂ ਵਾਹਿਗੁਰੂ ਜੀ ਆਪ ਵਸਦੇ ਨੇ। ਅਹਿਸਾਸ ਕਰਵਾਏਗਾ ਇੱਕ ਇੱਕ ਮੇਰੇ ਗੁਰੂ ਪਾਤਸ਼ਾਹ ਦੀ ਨਿਸ਼ਾਨੀ। ਉਹਦੇ 'ਚ ਸਾਨੂੰ ਵਿਸ਼ਵਾਸ ਹੈ, ਜਾਗਦਾ ਹੈ ਕਿ ਮੈਂ ਕੋਈ ਰੁਲਦਾ ਫਿਰਦਾ ਨਹੀਂ, ਮੈਂ ਕੋਈ ਗਰੀਬ ਜਿਹਾ 4 ਰੋਟੀਆਂ ਮੰਗਣ ਵਾਲਾ ਨਹੀਂ, ਮੈਂ ਕੋਈ 4 ਪੈਸਿਆਂ ਵਾਸਤੇ ਲੋਭੀ ਸਵਾਰਥੀ ਨਹੀਂ। ਗੁਰੂ ਕਾ ਗੁਰਸਿੱਖ ਇਸ ਵਿਸ਼ਵਾਸ ਵਿੱਚ ਕਿ ਮੈਂ 10 ਗੁਰੂ ਸਾਹਿਬਾਨਾਂ ਦੇ ਖਾਨਦਾਨ ਅਤੇ ਪਿਆਰਿਆਂ ਸਚਿਆਰਿਆਂ ਸ਼ਹੀਦਾਂ ਦੇ ਖਾਨਦਾਨ ਵਿੱਚੋਂ ਹਾਂ। ਮੇਰੇ ਕੋਲੇ ਗੁਰੂ ਪਾਤਸ਼ਾਹ ਦੀ ਦਿੱਤੀ ਪ੍ਰਾਪਰਟੀ ਹੈ, ਉਹ ਵਿਰਾਸਤ ਹੈ। ਹਰ ਗੁਰਦੁਆਰੇ 5 ਤਖਤਾਂ ਵਿੱਚੋਂ ਮਿਲਿਆ ਹੋਇਆ ਇੱਕ ਮੈਸੇਜ, ਤੇ ਮੈਂ ਉਸ ਮੈਸੇਜ ਨੂੰ ਸਿੱਖਿਆ ਸਮਝ ਕੇ ਜ਼ਿੰਦਗੀ ਜਿਉਂ ਕਿ ਦੂਜਿਆਂ ਲਈ ਆਪਾਂ ਵਾਰਨਾ ਹੈ। ਪਰਉਪਕਾਰੀ ਬਣਨਾ ਹੈ ਸਿੱਖ ਨੇ। ਹਰ ਸਿੱਖ ਨੇ ਮਹਿਸੂਸ ਕਰਨਾ ਹੈ ਕਿ ਅਸੀਂ ਉਸ ਗੁਰੂ ਪਿਤਾ ਦੇ ਪੁੱਤਰ ਧੀਆਂ ਹਾਂ ਜਿਨ੍ਹਾਂ ਨੇ ਦੂਸਰਿਆਂ ਲਈ ਆਪਾ ਵਾਰ ਕੇ ਦਿਖਾ ਦਿੱਤਾ। ਕੇਵਲ ਆਪਾ ਹੀ ਨਹੀਂ, ਪਰਿਵਾਰ ਵੀ ਵਾਰ ਕੇ ਦਿਖਾ ਦਿੱਤਾ, ਆਪਣਾ ਸਭ ਕੁਝ ਵਾਰ ਦਿੱਤਾ। ਅਸੀਂ ਸੈਲਫਿਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਸਵਾਰਥੀ, ਗਰੀਡੀ, ਲੋਭੀ ਨਹੀਂ ਹੋਣਾ ਚਾਹੀਦਾ। ਸਾਨੂੰ ਪਰਉਪਕਾਰੀ ਹੋਣਾ ਚਾਹੀਦਾ ਹੈ। ਤੇ ਹੁਣ ਜਿਹੜਾ ਪਰਉਪਕਾਰੀ ਹੈ, ਅਮੀਰ ਵਿਰਾਸਤ ਦਾ ਵਾਰਿਸ ਹੈ, ਗੁਰੂ ਸਾਹਿਬਾਨਾਂ ਪਿਆਰਿਆਂ ਸਚਿਆਰਿਆਂ ਅਤੇ ਸ਼ਹੀਦਾਂ ਦੇ ਖਾਨਦਾਨ ਵਿੱਚੋਂ ਹੈ, ਉਹ ਹੁਣ ਮੰਗਣ ਲੱਗਦਾ ਹੈ ਅਰਦਾਸ ਦਾ 5ਵਾਂ, 6ਵਾਂ ਤੇ 7ਵਾਂ ਪੈਰਾਗ੍ਰਾਫ। ਹੁਣ ਨੋਟ ਕਰਿਓ, ਜਿਹੜਾ ਗਰੀਬ ਹੋਏਗਾ, ਛੋਟੀ ਸੋਚ ਵਾਲਾ ਹੋਏਗਾ, ਉਹ ਛੋਟੀਆਂ ਚੀਜ਼ਾਂ ਮੰਗੇਗਾ। ਜਿਹੜਾ ਅਮੀਰ ਹੈ, ਵੱਡੀ ਸੋਚ ਵਾਲਾ ਹੈ, ਉਹ ਤਾਂ ਵੱਡੀਆਂ ਚੀਜ਼ਾਂ ਮੰਗੇਗਾ। ਕਮਾਲ ਦੀ ਬਾਤ ਇਹ ਹੈ, ਗੁਰੂ ਕੇ ਗੁਰਸਿੱਖ ਇਹ ਅਹਿਸਾਸ ਕਰਕੇ ਕਿ ਮੈਂ ਗੁਰੂ ਸਾਹਿਬਾਨਾਂ ਦੇ ਖਾਨਦਾਨ ਵਿੱਚੋਂ, ਪਿਆਰਿਆਂ ਸਚਿਆਰਿਆਂ ਸ਼ਹੀਦਾਂ ਦੇ ਖਾਨਦਾਨ ਵਿੱਚੋਂ ਹਾਂ। ਮੇਰੇ ਕੋਲੇ ਗੁਰੂ ਪਾਤਸ਼ਾਹ ਦੇ ਹਰ ਗੁਰੂ ਘਰ ਦੀ, ਗੁਰੂ ਪਾਤਸ਼ਾਹ ਦੇ ਵਸਾਏ ਸ਼ਹਿਰ, ਗੁਰੂ ਪਾਤਸ਼ਾਹ ਦੇ ਬਣਾਏ ਹੋਏ ਸਰੋਵਰ, ਕਿਲੇ, ਉਹਨਾਂ ਦੀਆਂ ਨਿਸ਼ਾਨੀਆਂ ਦੇ ਜੇ ਮੈਸੇਜ ਨੇ, ਉਹਨੇ ਮੈਨੂੰ ਇੰਨਾ ਅਮੀਰ ਕਰ ਦਿੱਤਾ ਹੈ। ਮੈਂ ਰਿਚ, ਗੁਰੂ ਪਿਤਾ ਜੀ ਦੀ ਦਿੱਤੀ ਹੋਈ ਰਿਚ ਹੈਰੀਟੇਜ, ਅਮੀਰ ਵਿਰਾਸਤ ਦਾ ਵਾਰਸ ਹਾਂ। ਤੇ ਗੁਰੂ ਕਾ ਗੁਰਸਿੱਖ ਆਪਣੇ ਵਾਸਤੇ ਨਹੀਂ ਮੰਗਦਾ, ਹੋਰਨਾਂ ਵਾਸਤੇ ਮੰਗਦਾ ਹੈ।
ਅਸੀਂ ਅਰਦਾਸ ਨੂੰ ਕਦੀ ਧਿਆਨ ਨਾਲ ਨਹੀਂ ਦੇਖਦੇ। 5ਵੇਂ ਪੈਰਾਗ੍ਰਾਫ ਦੇ ਵਿੱਚ 5 ਮੰਗਾਂ, 7ਵੇਂ ਪੈਰਾਗ੍ਰਾਫ ਦੇ ਵਿੱਚ ਵਾਹਿਗੁਰੂ, 6ਵੇਂ ਪੈਰਾਗ੍ਰਾਫ ਦੇ ਵਿੱਚ 7 ਮੰਗਾਂ ਤੇ 7ਵੇਂ ਪੈਰਾਗ੍ਰਾਫ ਦੇ ਵਿੱਚ 2 ਮੰਗਾਂ। ਇਹ 14 ਮੰਗਾਂ 3 ਪੈਰਾਗ੍ਰਾਫ ਦੇ ਵਿੱਚ ਮੰਗੀਆਂ ਗਈਆਂ ਔਰ ਆਪਣੇ ਲਈ ਨਹੀਂ। ਗੱਲ ਕਿਵੇਂ ਸ਼ੁਰੂ ਹੋਈ? ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਭ ਤੋਂ ਪਹਿਲਾਂ ਜਿੱਥੇ ਜਿੱਥੇ ਵੀ ਸਿੱਖ ਵਸਦਾ ਹੈ ਉਹਦੇ ਵਾਸਤੇ ਮੇਰੇ ਵੱਲੋਂ ਅਰਦਾਸ ਹੈ ਦਾਤਿਆ, ਕੁਛ ਮੰਗਣ ਲੱਗਿਆ ਹਾਂ ਗੁਰੂ ਕੇ ਗੁਰਸਿੱਖਾਂ ਵਾਸਤੇ। ਹੋ ਸਕਦਾ ਮੇਰੀ ਕਿਸੇ ਨਾਲ ਨਹੀਂ ਬਣਦੀ, ਹੋ ਸਕਦਾ ਮੇਰੇ ਕਿਸੇ ਨਾਲ ਵਿਚਾਰ ਨਹੀਂ ਰਲਦੇ, ਪਰ ਇਹ ਤਾਂ ਸਾਰੇ ਗੁਰਸਿੱਖਾਂ ਲਈ ਮੰਗਿਆ ਗਿਆ। ਉਹ ਜਿਹੜੀਆਂ 14 ਮੰਗਾਂ ਨੇ, ਕਮਾਲ ਹੈ। ਜਦੋਂ ਸਾਨੂੰ ਦੁਨਿਆਵੀ ਮੰਗਾਂ ਨਾਲ ਜੋੜ ਦਿੱਤਾ, ਸਾਨੂੰ ਸਵਾਰਥੀ ਬਣਾ ਦਿੱਤਾ, ਅਸੀਂ ਕਰਮਕਾਂਡ ਵਿੱਚ ਉਲਝ ਕੇ ਰਹਿ ਗਏ, ਅਸੀਂ ਅਰਦਾਸ ਦੇ ਅਸਲੀ ਮਕਸਦ ਨੂੰ ਭੁਲਾ ਬੈਠੇ। ਤੇ ਉਹ ਜਿਹੜੀਆਂ 14 ਮੰਗਾਂ ਦੀ ਇੰਪੋਰਟੈਂਸ ਹੈ, ਉਹਨਾਂ 14 ਮੰਗਾਂ ਨੇ ਜੋ ਸਾਡੇ ਘਰਾਂ ਦਾ ਮਾਹੌਲ ਬਦਲਣਾ ਹੈ, ਉਹਨਾਂ 14 ਮੰਗਾਂ ਨੇ ਜੋ ਸਾਡੇ ਜੀਵਨ ਦੀ ਦਿਸ਼ਾ ਅਤੇ ਨਿਸ਼ਾਨੇ ਫੋਕਸ ਨੂੰ ਬਦਲਣਾ ਹੈ। ਉਹ ਤਾਂ ਕਮਾਲ ਤੋਂ ਵੀ ਪਰੇ ਹੈ। ਲੱਗਦਾ ਹੈ ਕਮਾਲ ਸ਼ਬਦ ਵੀ ਬਹੁਤ ਛੋਟਾ ਹੈ। Ardas is a precious gift for us. There are so many things that we still don't know. जी करदा है कि लगातार सुनी जाइए। फिर एक समा होया है छोटी जही ब्रेक दा, बने रहना जी। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈਡਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਚੱਲਨ ਜੀ ਤੋਂ ਬਹੁਤ ਹੀ ਕੀਮਤੀ ਵਿਚਾਰ ਸੁਣ ਰਹੇ ਸੀ। ਆਓ ਆਪਾਂ ਹੋਰ ਵਿਚਾਰ ਉਹਨਾਂ ਤੋਂ ਸੁਣੀਏ ਜੀ। ਥੈਂਕ ਯੂ ਸੁਖਮਨ। ਪਿਛਲੇ 2 ਸੈਗਮੈਂਟਸ ਦੇ ਵਿੱਚ ਆਪਾਂ ਵਿਚਾਰ ਰਹੇ ਸੀ ਕਿੱਦਾਂ ਸਾਡੇ ਅਰਦਾਸ ਦੇ ਪਹਿਲੇ 4 ਪੈਰਾਗ੍ਰਾਫਸ ਦੇ ਵਿੱਚੋਂ ਅਹਿਸਾਸ ਤੇ ਵਿਸ਼ਵਾਸ ਜਾਗਦਾ ਹੈ। ਹੁਣ ਜਿਹੜੇ 3 ਪੈਰਾਗ੍ਰਾਫ ਨੇ ਜਿਹਦੇ 'ਚ 14 ਮੰਗਾਂ ਨੇ, ਇਹਦੇ ਵਿੱਚੋਂ ਸਾਡੀ ਜ਼ਿੰਦਗੀ ਦਾ ਇੱਕ ਅਭਿਆਸ ਜਾਗੇਗਾ। ਪੈਸਾ ਕਮਾਉਣ ਲਈ ਸਾਰੀ ਜ਼ਿੰਦਗੀ ਲਾ ਦਿੱਤੀ, ਪ੍ਰੋਪਰਟੀ ਬਣਾਉਣ ਲਈ ਸਾਰੀ ਜ਼ਿੰਦਗੀ ਲਾ ਦਿੱਤੀ, ਘਰ ਵੱਡਾ ਹੋਵੇ, ਘਰ ਕੀਮਤੀ ਹੋਵੇ, ਸਾਰੀ ਜ਼ਿੰਦਗੀ ਲਾ ਦਿੱਤੀ, ਤੇ ਘਰ ਵਿੱਚ ਏਕਤਾ, ਇਤਫਾਕ, ਘਰ ਵਿੱਚ ਆਪਸੀ ਪਿਆਰ,
ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣਾ, ਬੱਚਿਆਂ ਦਾ ਆਗਿਆਕਾਰੀ ਹੋਣਾ, ਘਰ ਵਿੱਚ ਗੁਰਬਾਣੀ, ਗੁਰਮਤ, ਗੁਰਸਿੱਖੀ, ਉਹਦੇ ਵਾਸਤੇ ਕੋਈ ਯਤਨ ਨਹੀਂ ਕੀਤਾ, ਕੋਈ ਅਭਿਆਸ ਨਹੀਂ ਕੀਤਾ। ਸੱਚ ਜਾਣਿਓ, ਅਰਦਾਸ ਦੇ ਇਹਨਾਂ 3 ਪੈਰਾਗ੍ਰਾਫ ਨੂੰ ਧਿਆਨ ਨਾਲ ਦੇਖਿਓ, ਕਿੰਨਾ ਕਮਾਲ ਦਾ ਅਭਿਆਸ ਜਾਗਦਾ ਏ। ਮੰਗਾਂ ਦੇਖੋ ਮੰਗੀਆਂ ਗਈਆਂ ਆਪਣੇ ਲਈ ਨਹੀਂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ। 3 ਵਾਰੀ ਕਿਹਾ, ਮਨ ਕਰਕੇ, ਮਨ ਵਿੱਚੋਂ ਹੋਵੇ, ਹੇ ਗੁਰੂ ਜੀ ਤੁਸੀਂ ਵਾਹ ਧੰਨ ਹੋ, ਧੰਨ ਹੈ ਮੇਰਾ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ। ਫਿਰ ਬਚਨਾ ਕਰਕੇ, ਜਿੱਥੇ ਬੈਠੀਏ ਗੁਰੂ ਦੀ ਬਾਤ ਕਰੀਏ, ਜਿੱਥੇ ਬੈਠੀਏ ਰੱਬ ਦੀ ਗੱਲ ਕਰੀਏ, ਜਿੱਥੇ ਬੈਠੀਏ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ। ਬਚਨਾ ਕਰਕੇ ਗੁਰੂ ਚੇਤੇ ਆਵੇ, ਵਾਹਿਗੁਰੂ ਚੇਤੇ ਆਵੇ। ਕਰਮਾਂ ਕਰਕੇ ਕੇਵਲ ਗੱਲਾਂ ਨਾ ਕਰੀਏ। ਇਹ ਨਾ ਹੋਵੇ ਜਿੱਥੇ 4 ਬੰਦੇ ਬੈਠੇ ਨੇ, ਆਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਕੌਣ ਕੀ ਨਹੀਂ ਕਰ ਰਿਹਾ ਇਸ ਨੂੰ ਛੱਡੋ, ਮੈਂ ਕੀ ਕਰਨਾ ਇਸ ਨੂੰ ਸੋਚੋ। ਜਿੱਥੇ ਬੈਠੋ ਸੋਲਿਊਸ਼ਨ ਓਰੀਐਂਟਡ ਡਿਸਕਸ਼ਨ ਹੋਣੀ ਚਾਹੀਦੀ ਹੈ, ਪਲੈਨਿੰਗ ਹੋਣੀ ਚਾਹੀਦੀ ਹੈ, ਕੀ ਕਰਨਾ ਹੈ, ਕਿਉਂਕਿ ਕਰਮਾਂ ਕਰਕੇ ਵਾਹਿਗੁਰੂ ਚੇਤਾਵੈ। ਸਾਡੇ ਪ੍ਰੈਕਟੀਕਲ ਜੀਵਨ ਵਿੱਚੋਂ ਪਤਾ ਲੱਗੇ ਕਿ ਇਹਨਾਂ ਨੂੰ ਗੁਰੂ ਚੇਤੇ ਹੈ, ਸਾਡੇ ਪ੍ਰੈਕਟੀਕਲ ਜੀਵਨ ਵਿੱਚੋਂ ਪਤਾ ਲੱਗੇ ਇਹਨਾਂ ਨੂੰ ਵਾਹਿਗੁਰੂ ਚੇਤੇ ਹੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜੇ ਅਸੀਂ ਇਸ ਤਰ੍ਹਾਂ ਜਿਉਂ ਲਵਾਂਗੇ ਨਾ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਉਹਨਾਂ ਦੀ ਭੈ ਭਾਵਨੀ ਵਿੱਚ, ਤੇ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਅਨੁਸਾਰ ਜੇ ਪ੍ਰੈਕਟੀਕਲ ਜਿਉਵਾਂਗੇ ਨਾ, ਸੱਚ ਜਾਣਿਓ ਅੰਦਰ ਗੁਣ ਹੋਣਗੇ, ਅੰਦਰ ਇੱਕ ਸੈਟਿਸਫੈਕਸ਼ਨ ਹੋਏਗੀ, ਅੰਦਰ ਸੰਤੁਸ਼ਟੀ ਹੋਏਗੀ, ਉਹਨਾਂ ਗੁਣਾਂ ਦਾ ਸ਼ੁਕਰਾਨਾ ਹੋਏਗਾ। ਉਹ ਸੰਤੁਸ਼ਟੀ ਸ਼ੁਕਰਾਨੇ ਦੇ ਵਿੱਚੋਂ ਇੱਕ ਆਨੰਦ ਰਸ ਜਾਗੇਗਾ। ਉਹਨੂੰ ਖੇੜਾ ਪ੍ਰਗਾਸ ਕਿਹਾ। ਆ ਪਹਿਲੀ ਮੰਗ ਮੰਗੀ ਗਈ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਹੁਣ ਦੇਖੋ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਿਸ ਵੇਲੇ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਅਰਦਾਸ ਹੁੰਦੀ ਹੈ, ਉਸ ਵੇਲੇ ਆਪਾਂ ਵੈਸਟਰਨ ਵਾਲੇ ਸਾਰੇ ਸੁੱਤੇ ਪਏ ਹੁੰਦੇ ਆ। ਜਦੋਂ ਇੱਧਰ ਦਿਨ ਚੜ੍ਹਿਆ ਹੁੰਦਾ, ਉੱਧਰ ਸੁੱਤੇ ਪਏ ਹੁੰਦੇ ਨੇ। ਪਰ ਜਿੱਥੇ ਜਿੱਥੇ ਵੀ ਸਿੱਖ ਰਹਿ ਰਿਹਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਹੁੰਦਾ। ਦਾਤਾ ਜੀ ਗੁਰਸਿੱਖਾਂ ਦੇ, ਸਿੱਖ ਕੌਮ ਦੇ ਪੱਖ ਵਿੱਚ ਮਾਹੌਲ ਬਣਾ ਕੇ ਰੱਖਿਓ, ਉਹਨਾਂ ਦੀ ਰੱਖਿਆ ਕਰਿਓ, ਤੇ ਮਾਹੌਲ ਐਸਾ ਹੋਵੇ ਕੌਮ ਚੜ੍ਹਦੀ ਕਲਾ ਵਿੱਚ ਜਾਵੇ। ਰਿਆਇਤ ਕਰਨੀ, ਫੇਵਰ ਵਿੱਚ ਰਹਿਣਾ, ਸਤਿਗੁਰੂ ਜੀ ਕਿਰਪਾ ਰੱਖਣੀ, ਔਰ ਗੁਰੂ ਪਿਤਾ ਜੀ ਕਿਰਪਾ ਰੱਖ ਰਹੇ ਨੇ। ਸਾਡੇ ਸੁਭਾਵਾਂ ਵਿੱਚ ਧੜੇਬੰਦੀਆਂ ਨੇ, ਸਾਡੇ ਸੁਭਾਵਾਂ ਵਿੱਚ ਨਫ਼ਰਤ ਹੈ। ਅਸੀਂ ਵੰਡੀਆਂ ਵਿੱਚ ਪੈ ਗਏ ਹਾਂ, ਨਫ਼ਰਤ ਵਿੱਚ ਪੈ ਗਏ ਹਾਂ। ਅਸੀਂ ਕੇਵਲ ਨੁਕਸ ਲੱਭਦੇ ਹਾਂ, ਆਪਣੇ ਧੜੇ ਦੇ ਨੁਕਸ ਸੁਣਨਾ ਨਹੀਂ ਚਾਹੁੰਦੇ, ਪਰਚੋਲਣਾ ਨਹੀਂ ਚਾਹੁੰਦੇ, ਦੂਸਰੇ ਦੇ ਚੰਗੇ ਕੰਮਾਂ ਦੇ ਵਿੱਚੋਂ ਨੁਕਸ ਲੱਭਦੇ ਹਾਂ। ਅਸੀਂ ਕੋਈ ਕਸਰ ਨਹੀਂ ਛੱਡੀ। ਅਸੀਂ ਵਿਆਹਾਂ ਨੂੰ ਪਤਾ ਨਹੀਂ ਕੀ ਕੁਛ ਬਣਾਈ ਜਾ ਰਹੇ ਹਾਂ। ਅਸੀਂ ਹਰ ਪਾਸੇ ਬਹੁਤ ਕੁਛ ਆਪਣੀ ਨੀਂਹ ਕਮਜ਼ੋਰ ਕਰ ਰਹੇ ਹਾਂ। ਬੱਚਿਆਂ ਨੂੰ ਅਸੀਂ ਵਿਰਸਾ ਨਹੀਂ ਸਿਖਾ ਰਹੇ, ਨੀਂਹ ਕਮਜ਼ੋਰ ਹੁੰਦੀ ਜਾ ਰਹੀ ਹੈ। ਪਰ ਫਿਰ ਵੀ ਜੇ ਕੌਮ ਚੜ੍ਹਦੀ ਕਲਾ ਜਾ ਰਹੀ ਹੈ ਤੇ ਗੁਰੂ ਸਾਹਿਬ ਸਾਡਾ ਪੱਖ ਪੂਰ ਰਹੇ ਨੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਹਿਤ। ਅੱਗੇ ਮੰਗਿਆ ਗਿਆ ਦੇਗ ਤੇਗ ਫਤਿਹ। ਇਹ ਸਿੰਬੋਲਿਕ ਸ਼ਬਦ ਨੇ। ਦੇਗ ਸ਼ਬਦ 2 ਚੀਜ਼ਾਂ ਨਾਲ ਜੁੜਦਾ, ਗੁਰੂ ਕਾ ਲੰਗਰ ਤੇ ਕੜਾਹ ਪ੍ਰਸ਼ਾਦ। ਦੋਨੋਂ ਹੀ ਬਣਾਉਣ ਵਾਲਾ, ਰਾਸ਼ਨ ਲਿਆਉਣ ਵਾਲਾ, ਵਰਤਾਉਣ ਵਾਲਾ ਹੋਰਨਾਂ ਲਈ ਕਰਦਾ ਹੈ। ਦੇਗ ਦੇ ਅਰਥ ਹੈ ਬਰੋਡ ਥਿੰਕਿੰਗ, ਵਿਸ਼ਾਲ ਸੋਚ, ਵੱਡਾ ਜ਼ਿਗਰਾ, ਦੂਜਿਆਂ ਲਈ ਕੁਝ ਕਰਨ ਦਾ ਮਾਦਾ, ਪਰਉਪਕਾਰ ਲਈ ਆਪਾ ਵਾਰਨਾ। ਤੇ ਤੇਗ ਹੁੰਦਾ ਬਹਾਦਰੀ। ਜਿਹੜਾ ਅੰਦਰੋਂ ਕਮਜ਼ੋਰ ਹੈ ਨਾ, ਉਹ ਪਰਉਪਕਾਰ ਤੇ ਡੋਲ ਜਾਏਗਾ। ਲੋਕ ਲਾਜ ਨੂੰ ਦੇਖ ਕੇ ਲੋਕ ਕੀ ਕਹਿੰਦੇ ਨੇ, ਥੋੜੇ ਜਿਹੇ ਵਿਘਨ ਰੁਕਾਵਟਾਂ ਆ ਗਈਆਂ, ਡੋਲ ਜਾਏਗਾ। ਇਸ ਲਈ ਅੰਦਰੋਂ ਮਜ਼ਬੂਤੀ ਚਾਹੀਦੀ ਹੈ। ਦੇਗ ਵਿਸ਼ਾਲ ਸੋਚ, ਤੇਗ ਅੰਦਰੋਂ ਮਜ਼ਬੂਤ, ਤੇ ਫਤਿਹ ਫਿਰ ਹਰ ਮੈਦਾਨ ਫਤਿਹ ਹੋਏਗੀ। ਜੇ ਸਾਡੀ ਸੋਚ ਸੁੰਗੜੀ ਹੋਏਗੀ, ਅਸੀਂ ਸੈਲਫਿਸ਼ ਹੋਵਾਂਗੇ, ਤੇ ਅਸੀਂ ਜੰਗਾਂ ਜਿੱਤ ਕੇ ਵੀ ਹਾਰਦੇ ਰਵਾਂਗੇ। ਦੇਗ ਤੇਗ ਫਤਿਹ, ਪੰਥ ਕੀ ਜੀਤ। ਵਿਸ਼ਾਲ ਸੋਚ ਨੂੰ ਵਰਤਣਾ ਕਿਸ ਵਾਸਤੇ ਹੈ? ਪੰਥ ਦੀ ਚੜ੍ਹਦੀ ਕਲਾ ਲਈ। ਅੰਦਰਲੀ ਮਜ਼ਬੂਤੀ ਨੂੰ ਕਿਸ ਲਈ ਵਰਤਣਾ ਹੈ? ਕੌਮ ਦੀ ਚੜ੍ਹਦੀ ਕਲਾ ਲਈ, ਪੰਥ ਦੀ ਜਿੱਤ। ਹਰ ਵੇਲੇ ਸੋਚਣਾ ਹੈ ਉਹ ਕੰਮ ਕਰਾਂ
ਜਿਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋਵੇ। ਦੇਗ ਤੇਗ ਫਤਿਹ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਾਡੇ ਵਰਤੋਂ ਵਿਵਹਾਰ ਵਿੱਚ ਖਾਲਸਾ ਜੀ ਦੇ ਬੋਲ ਬਾਲੇ ਹੋਣ। ਸਾਨੂੰ ਵਿਸ਼ਵਾਸ ਹੋਵੇ ਰੱਬ ਸਾਡੀ ਮਦਦ ਕਰ ਰਿਹਾ ਹੈ। ਫਿਰ ਅਗਲੇ ਪੈਰਾਗ੍ਰਾਫ ਵਿੱਚ 7 ਮੰਗਾਂ ਮੰਗੀਆਂ ਗਈਆਂ। ਸਿੱਖਾਂ ਨੂੰ ਸਿੱਖੀ ਦਾਨ। ਘਰ ਵਿੱਚ ਸਿੱਖੀ ਨਹੀਂ ਤੇ ਕੁਝ ਗਵਾਚ ਗਿਆ। ਭਰੋਸਾ ਦਾਨ, ਵਿਸ਼ਵਾਸ ਨਹੀਂ ਤੇ ਡੋਲ ਗਿਆ। ਵਿਸਾਹ ਦਾਨ, ਦ੍ਰਿੜ ਇਰਾਦਾ, ਸੈਲਫ ਕੌਨਫੀਡੈਂਸ। ਸਿੱਖਾਂ ਨੂੰ ਸਿੱਖੀ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰਦਾਨ, ਨਾਮ ਦਾਨ। ਗਿਆਨ ਰੂਪੀ ਨਾਮ ਗੁਰਬਾਣੀ ਦੀਆਂ ਸਿੱਖਿਆਵਾਂ ਨੇ। ਉਹਨੂੰ ਖਿੜੇ ਮੱਥੇ ਮੰਨਣਾ, ਪ੍ਰੈਕਟੀਕਲ ਜਿਉਣਾ। ਗਿਆਨ ਰੂਪੀ ਨਾਮ ਨੂੰ ਜਪਣਾ, ਗੁਰੂ ਤੋਂ ਦਾਨ ਮਿਲਦਾ ਹੈ। ਧਿਆਨ ਰੂਪੀ ਨਾਮ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਇਹ ਗੁਰੂ ਪਿਤਾ ਜੀ ਤੋਂ ਮਿਲਣਾ ਹੈ। ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਮੰਗਿਆ ਗਿਆ ਕੌਮ ਦੀ ਚੜ੍ਹਦੀ ਕਲਾ ਲਈ, ਹੋਰਨਾਂ ਦੇ ਭਲੇ ਲਈ। ਫਿਰ ਦੇਖੋ ਅਖੀਰ ਤੇ ਕਿਹਾ ਗਿਆ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਕਿੰਨੀਆਂ ਕਮਾਲ ਦੀਆਂ ਮੰਗਾਂ ਮੰਗੀਆਂ ਗਈਆਂ ਨੇ। ਜੇ ਸਾਡਾ ਮਨ ਨੀਵਾਂ ਹੋਏਗਾ, ਅੰਦਰ ਨਿਮਰਤਾ ਹੋਏਗੀ, ਮੱਤ ਉੱਚੀ, ਸਾਡੀ ਵੱਡੀ ਸੋਚ ਹੋਏਗੀ, ਪਰਉਪਕਾਰੀ ਹੋਵਾਂਗੇ, ਇੱਕ ਦੂਜੇ ਦੇ ਕੰਮ ਆਵਾਂਗੇ। ਫਿਰ ਸਿੱਖ ਦੇ ਗਿੱਟੇ ਨਹੀਂ ਖਿੱਚੇਗਾ। ਸਿੱਖ ਦੇ ਕੰਮਾਂ ਵਿੱਚੋਂ ਨੁਕਸ ਨਹੀਂ ਲੱਭੇਗਾ। ਫਿਰ ਚੰਗੇ ਕੰਮਾਂ ਵਿੱਚੋਂ ਨੁਕਸ ਨਹੀਂ ਲੱਭੇਗਾ। ਜੇ ਸਿੱਖ ਦੇ ਗਿੱਟੇ ਖਿੱਚੇਗਾ, ਚੰਗੇ ਕੰਮਾਂ ਵਿੱਚੋਂ ਨੁਕਸ ਲੱਭੇਗਾ। ਜਿਹੜੀ ਮਿਸਲਾਂ ਵੇਲੇ ਕਹਾਵਤ ਬਣੀ ਸੀ, ਉਹ ਅੱਜ ਵੀ ਲਾਗੂ ਹੋ ਰਹੀ ਹੈ। ਸਿੱਖ ਕੌਮ ਕਦੇ ਨਾ ਹਾਰੇ, ਜੇ ਸਿੱਖ ਨੂੰ ਨਾ ਮਾਰੇ। ਕਿੰਨੀਆਂ ਕਮਾਲ ਦੀਆਂ ਮੰਗਾਂ ਮੰਗੀਆਂ ਗਈਆਂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹਦਾ ਮਤਲਬ ਹਰ ਸਿੱਖ ਦੇ ਅੰਦਰ ਗੁਰੂ ਘਰਾਂ ਪ੍ਰਤੀ ਸੇਵਾ ਸੰਭਾਲ ਦਾ ਜਜ਼ਬਾ ਹੋਣਾ ਚਾਹੀਦਾ ਹੈ। ਅਸੀਂ ਘਰਾਂ ਦੇ ਵਿੱਚ ਵੀ ਗੁਰੂ ਦਾ ਮਾਹੌਲ ਸੰਭਾਲੀਏ, ਉਹਦੇ ਲਈ ਪਰਉਪਕਾਰੀ ਬਣੀਏ, ਦੂਜਿਆਂ ਦੀ ਮਦਦ ਕਰਕੇ ਸੇਵਾ ਕਰੀਏ। ਅਰਦਾਸ ਦੀਆਂ ਇਹ ਮੰਗਾਂ। ਫਿਰ ਮੰਗਿਆ ਗਿਆ ਅੰਮ੍ਰਿਤਸਰ ਜੀ ਦੇ ਇਸ਼ਨਾਨ। ਅੰਮ੍ਰਿਤਸਰ ਦਾ ਇਸ਼ਨਾਨ ਕੀ ਹੈ? ਉਹ ਹੈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੁਣਨਾ, ਮੰਨਣਾ, ਆਦਤਾਂ ਦੀ ਮੈਲ ਲਾਉਣੀ, ਇਹ ਅੰਮ੍ਰਿਤ ਦੇ ਸਰ ਦਾ ਇਸ਼ਨਾਨ ਹੈ। ਸੰਗਤ ਵਿੱਚ ਬੈਠ ਕੇ ਅੰਮ੍ਰਿਤਸਰ ਦਾ ਇਸ਼ਨਾਨ ਅਸੀਂ ਸਿੱਖਦੇ ਹਾਂ। ਅਰਦਾਸ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਬੱਚਿਆਂ ਨੂੰ ਬਚਪਨ ਤੋਂ ਅਰਦਾਸ ਸਿਖਾਓ। ਘਰ ਵਿੱਚ ਹਰ ਗੁਰਪੁਰਬ ਮਨਾਓ। ਹਰ ਗੁਰਪੁਰਬ 'ਤੇ ਸਾਰਾ ਪਰਿਵਾਰ ਬੈਠੋ, ਕੜਾਹ ਪ੍ਰਸ਼ਾਦੀ ਦੇਖ ਕਰੋ। ਬੱਚਿਆਂ ਨੂੰ ਕਹੋ ਤੁਸੀਂ ਗੁਰੂ ਸਾਹਿਬ ਬਾਰੇ ਸਾਨੂੰ ਪੜ੍ਹ ਕੇ ਸੁਣਾਓ, ਗੂਗਲ ਤੋਂ ਪੜ੍ਹ ਕੇ ਸੁਣਾਓ। ਉਹਨਾਂ ਤੋਂ ਅਰਦਾਸ ਕਰਵਾਓ। ਅਰਦਾਸ ਦੇ ਅਰਥਾਂ ਨੂੰ ਸਮਝੋ, ਜ਼ਿੰਦਗੀ 'ਚ ਜਿਉਵੋ। ਆਪਣੇ ਅੰਦਰ ਇੱਕ ਅਹਿਸਾਸ ਜਗਾਓ ਕਿ ਅਸੀਂ ਗੁਰੂ ਦੇ ਪੁੱਤਰ, ਗੁਰੂ ਦੀਆਂ ਧੀਆਂ ਹਾਂ, ਅਤੇ ਗੁਰੂ ਦੇ ਪੁੱਤਰ ਅਤੇ ਗੁਰੂ ਪਿਤਾ ਦੀਆਂ ਧੀਆਂ ਹੋਣ ਦਾ ਮਾਣ, ਫਖਰ ਅੰਦਰ ਮਹਿਸੂਸ ਕਰੋ। ਅੰਦਰ ਵਿਸ਼ਵਾਸ ਜਗਾਓ, ਗੁਰੂ ਪਾਤਸ਼ਾਹ ਦੀ ਸਾਡੇ ਕੋਲ ਵਿਰਾਸਤ ਹੈ। ਅਸੀਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਹੈ। ਕੌਮ ਦੀ ਚੜ੍ਹਦੀ ਕਲਾ ਲਈ ਸਦਾ ਆਪਾ ਵਾਰਨਾ ਹੈ। ਹਰ ਘਰ ਦੇ ਵਿੱਚ, ਹਰ ਗੁਰਸਿੱਖ ਦੇ ਜੀਵਨ ਵਿੱਚ, ਹਰ ਸਾਡੇ ਪੁੱਤਰ ਧੀ ਦੇ ਜੀਵਨ ਵਿੱਚ ਕੌਮ ਦੇ ਲਈ ਆਪਾ ਵਾਰਨ ਦਾ ਇੱਕ ਜਜ਼ਬਾ ਹੋਵੇ। ਸਾਰੇ ਅਸੀਂ ਕਲੈਕਟਿਵ ਕੌਨਸ਼ੀਅਸਨੈਸ ਜਗਾਈਏ ਅਤੇ ਕਲੈਕਟਿਵ ਐਫਰਟਸ ਕਰੀਏ। ਅੱਜ ਦੇ ਯੁੱਗ ਵਿੱਚ ਆਉਣ ਵਾਲੀ ਪੀੜ੍ਹੀ ਨੂੰ, ਸਾਡੇ ਬੱਚੇ, ਟੀਨਏਜਰਸ ਅਤੇ ਸਿੱਖ ਯੂਥ ਨੂੰ ਸਿੱਖੀ ਵਿਰਸੇ ਦਾ ਗਿਆਨ ਵੰਡਣਾ ਸਭ ਤੋਂ ਵੱਡਾ ਪਰਉਪਕਾਰ ਹੈ। ਆਓ ਰਲ ਮਿਲ ਕੇ ਸਾਰੇ ਯਤਨ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ।
ਸੈਸਕਟੂਨ ਜਾਂ ਰੈਜਾਈਨਾ ਵਿੱਚ ਕਾਰ, ਐਸਯੂਵੀ ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਵੀ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ-ਇਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵਾਓ, ਅੱਜ ਸਾਨੂੰ ਸਾਰਿਆਂ ਨੂੰ ਮਾਣ ਹੈ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਿਆਨੀ ਰਾਮ ਸਿੰਘ ਚਹਿਲਾਂ ਜੀ ਦਾ ਤਰੀਕਾ ਸਭ ਤੋਂ ਡਿਫਰੈਂਟ ਅਤੇ ਯੂਨੀਕ ਹੈ। ਇਹ ਹਮੇਸ਼ਾ ਸਮੇਂ ਦੇ ਹਾਣੀ ਬਣ ਕੇ ਅਜੋਕੇ ਯੁੱਗ ਦੇ ਪਰਿਵਾਰਿਕ ਅਤੇ ਸਮਾਜਿਕ ਹਾਲਾਤਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਅਤੇ ਸਮੱਸਿਆਵਾਂ ਬਾਰੇ ਬਾਖੂਬ ਚਾਨਣਾ ਪਾਉਂਦੇ ਹਨ। ਇਹਨਾਂ ਦੇ ਵਿਚਾਰਾਂ ਵਿੱਚ ਮੈਸੇਜ ਵੀ ਹੁੰਦੇ ਹਨ ਅਤੇ ਹਲੋਣੇ ਅਤੇ ਇਨਸਪੀਰੇਸ਼ਨਸ ਵੀ ਹੁੰਦੀਆਂ ਹਨ। ਆਓ ਹੁਣ ਆਪਾਂ ਮਿਲਨ ਕੌਰ ਜੀ ਤੋਂ ਬਖਸ਼ਿਸ਼ ਬਾਰੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਿਲਨ ਕੌਰ ਆ ਤੇ ਅੱਜ ਮੈਂ ਬਖਸ਼ਿਸ਼ ਬਾਰੇ ਗੱਲ ਕਰੂੰਗੀ। ਬਖਸ਼ਿਸ਼ ਆਉਣ ਦੇ ਤੇ ਬਖਸ਼ਿਸ਼ ਜਾਣ ਦੇ ਬਹੁਤ ਹੀ ਤਰੀਕੇ ਹੁੰਦੇ ਆ, ਪਰ ਅੱਜ ਮੈਂ ਤੁਹਾਡੇ ਨਾਲ ਇੱਕ ਤਰੀਕਾ ਦੱਸੂੰਗੀ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਆਉਣ ਦਾ ਤੇ ਬਖਸ਼ਿਸ਼ ਜਾਣ ਦੀ। ਆਪਾਂ ਨੂੰ ਕਿਵੇਂ ਬਖਸ਼ਿਸ਼ ਮਿਲਦੀ ਆ? ਜਦੋਂ ਆਪਾਂ ਨੂੰ ਕੋਈ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਚੰਗੇ ਕੰਮ ਕਰਦੇ ਆ, ਇਹ ਜਿਹੜੀ ਮੋਟੀਵੇਸ਼ਨ ਆ ਇਹ ਇੱਕ ਬਖਸ਼ਿਸ਼ ਹੁੰਦੀ ਆ। ਜਦੋਂ ਆਪਾਂ ਕੁਝ ਵੀ ਚੰਗਾ ਕਰਦੇ ਆ ਆਪਣੀ ਲਾਈਫ ਬਦਲ ਜਾਂਦੀ ਆ। ਜਦੋਂ ਆਪਣੀਆਂ ਗੁੱਡ ਹੈਬਿਟਸ ਪੱਕ ਜਾਂਦੀਆਂ ਨੇ ਉਦੋਂ ਗੁਰੂ ਸਾਹਿਬ ਜੀ ਆਪਣੇ ਤੇ ਖੁਸ਼ ਹੁੰਦੇ ਨੇ। ਆਪਾਂ ਆਪਣੀ ਬਖਸ਼ਿਸ਼ ਕਿਵੇਂ ਗਵਾ ਦਿੰਦੇ ਆ? ਜਦੋਂ ਆਪਾਂ ਕੁਝ ਚੰਗਾ ਕਰਦੇ ਆ ਤੇ ਆਪਾਂ ਐਕਸਪੈਕਟ ਕਰਦੇ ਆ ਕਿ ਕੋਈ ਆਪਾਂ ਨੂੰ ਪ੍ਰੇਜ਼ ਕਰੇ। ਇਹਨੂੰ ਆਪਾਂ ਲਾਲਚ ਕਹਿੰਦੇ ਆ, ਇਹ ਗਰੀਡ ਹੁੰਦਾ ਆ। ਤੇ ਜਦੋਂ ਆਪਣੀ ਉਹ ਨਹੀਂ ਪ੍ਰੇਜ਼ ਕਰਦੇ ਆਪਾਂ ਗੁੱਸੇ ਹੋ ਜਾਂਦੇ ਉਹਨਾਂ ਤੇ। ਇਹ ਆਪਣੇ ਆਪ ਨਾਲ ਧੋਖਾ ਆ। ਜਿਹੜੀ ਮੋਟੀਵੇਸ਼ਨ ਗੁਰੂ ਜੀ ਨੇ ਆਪਾਂ ਨੂੰ ਦਿੱਤੀ ਆ ਬਖਸ਼ਿਸ਼ ਦੇ ਫਾਰਮ ਦੇ ਵਿੱਚ, ਉਹ ਚਲੀ ਜਾਂਦੀ ਆ। ਕਈ ਵਾਰੀ ਆਪਾਂ ਗੁੱਸੇ ਹੋ ਜਾਂਦੇ ਆਪਣੇ ਮਾਪਿਓ ਤੇ ਕਿ ਉਹਨਾਂ ਨੇ ਆਪਾਂ ਨੂੰ ਪ੍ਰੇਜ਼ ਨਹੀਂ ਕੀਤਾ ਜਾਂ ਉਹਨਾਂ ਨੇ ਆਪਾਂ ਨੂੰ ਕੁਝ ਚੰਗਾ ਨਹੀਂ ਦਿੱਤਾ। ਇਹ ਬਾਰਗੇਨਿੰਗ ਆ? ਜੇ ਹਾਂ, ਫਿਰ ਉਹ ਚੀਜ਼ਾਂ ਦਾ ਕੀ ਜਿਹੜਾ ਕੁਝ ਆਪਣੀ ਮਾਂ ਕਰਦੀ ਆ ਆਪਣੇ ਲਈ, ਆਪਾਂ ਉਹਨੂੰ ਕਦੇ ਵੀ ਪ੍ਰੇਜ਼ ਕੀਤਾ ਜਾਂ ਆਪਾਂ ਕਦੇ ਵੀ ਉਹਨੂੰ ਕੁਝ ਚੰਗਾ ਦਿੱਤਾ? ਆਪਾਂ ਆਪਣੇ ਆਪ ਨਾਲ ਇੱਦਾਂ ਕਰਕੇ ਧੋਖਾ ਕਰ ਰਹੇ ਹਾਂ। ਇਹ ਜੇ ਆਪਾਂ ਇੱਦਾਂ ਕਰਾਂਗੇ ਆਪਾਂ ਕਦੇ ਵੀ ਨਹੀਂ ਬਦਲਾਂਗੇ। ਜਿਹੜੀਆਂ ਗੁੱਡ ਚੀਜ਼ਾਂ ਆਪਾਂ ਇਹ ਕਲਾਸਾਂ ਵਿੱਚ ਸਿੱਖਦੇ ਹਾਂ, ਇਹ ਮੋਟੀਵੇਸ਼ਨ ਆ ਜਿਹੜੀ ਬਾਅਦ ਚੋਂ ਬਖਸ਼ਿਸ਼ ਬਣ ਜਾਂਦੀ ਆ। ਆਪਾਂ ਨੂੰ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਆ। ਜੇ ਆਪਾਂ ਆਪਣੇ ਪੇਰੈਂਟਸ ਨੂੰ ਅਨੋਏ ਕਰਦੇ ਹਾਂ ਜਾਂ ਤੰਗ ਕਰਦੇ ਹਾਂ, ਆਪਾਂ ਤਾਂ ਬੁੱਧੂ ਦੇ ਬੁੱਧੂ ਹੀ ਆ। ਇਹ ਕਲਾਸਾਂ 'ਚ ਆਉਣ ਦਾ ਫਿਰ ਕੋਈ ਫਾਇਦਾ ਨਹੀਂਗਾ। ਤੁਸੀਂ ਆਪਣੇ ਪੇਰੈਂਟਸ ਨੂੰ ਹਰਟ ਕਰਕੇ ਪਾਪ ਕਰ ਰਹੇ ਆ। ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰ ਰਹੀ ਹਾਂ ਕਿ ਜਿਹੜੇ ਬੱਚੇ ਆਪਣੇ ਪੇਰੈਂਟਸ ਨਾਲ ਇਹ ਕਰਦੇ ਆ ਉਹਨਾਂ ਨੂੰ ਅਸੀਂ ਕਦੇ ਵੀ ਨਹੀਂ ਫਰੈਂਡ ਬਣਾਵਾਂਗੇ, ਸਾਡੀ ਟੀਮ ਵਿੱਚ ਮੈਂਬਰ ਨਹੀਂ ਬਣਾਵਾਂਗੇ ਤੇ ਉਹਨਾਂ ਦੀ ਬਾਰਗੇਨਿੰਗ ਤੇ ਟੀਮ ਵਰਕ ਵਿੱਚ ਸ਼ਾਮਲ ਨਹੀਂ ਹੋਵਾਂਗੇ। ਜਿਹੜੇ ਆਪਣੇ ਮਾਂ-ਪਿਓ ਨੂੰ ਉਹ ਦੁਖੀ ਕਰਦੇ ਆ ਉਹ ਇਸ ਦੁਨੀਆ ਤੇ ਭਾਰ ਬਣ ਜਾਂਦੇ ਆ। ਤੁਸੀਂ ਬਖਸ਼ਿਸ਼ ਗਵਾਉਣੀ ਆ ਕਿ ਸੰਭਾਲਣੀ ਆ, ਇਹ ਤੁਹਾਡੇ ਤੇ ਡਿਪੈਂਡ ਕਰਦਾ ਆ। ਮੈਂ ਇਹ ਕਲਾਸਾਂ ਵਿੱਚੋਂ ਬਹੁਤ ਕੁਝ ਸਿੱਖਿਆ। ਮੈਂ ਗੁਰੂ ਜੀ ਦਾ, ਬਾਬਾ ਰਾਮ ਸਿੰਘ ਜੀ ਦਾ, ਪੇਰੈਂਟਸ ਦਾ, ਸੁਖਮਨ ਦੀਦੀ ਦਾ ਤੇ ਮੇਰੇ ਸਾਰੇ ਟੀਮ ਮੈਂਬਰਸ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਇਹ ਮੈਨੂੰ ਇਹ ਬਖਸ਼ਿਸ਼ ਦੇ ਕਾਬਿਲ ਬਣਾਉਣ ਲਈ ਤੇ ਇਹ ਬਖਸ਼ਿਸ਼ ਨੂੰ ਸੰਭਾਲਣ ਦੀ ਤਾਕਤ ਤੇ ਸਿੱਖਿਆ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਮਿਲਨ ਕੌਰ ਜੀ, ਕਮਾਲ ਹੈ। ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ
ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਜੀ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਹਰ ਇੱਕ ਸੈਟਰਡੇ ਨੂੰ ਹੁੰਦੀਆਂ ਨੇ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ। ਐਡ ਦੇਣ ਲਈ ਸੰਪਰਕ ਕਰੋ 6395904464 639 590 4464। ਆਓ ਹੁਣ ਆਪਾਂ ਬਹੁਤ ਹੀ ਛੋਟੇ ਜਿਹੇ ਬੱਚੇ ਜਪ ਸਾਹਿਬ ਸਿੰਘ ਜੀ ਕੋਲੋਂ ਭਾਈ ਮੰਝ ਜੀ ਦੀ ਸਾਖੀ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਭਾਈ ਮੰਝ ਜੀ ਵਾਲੀ ਸਾਖੀ ਸੁਣਾਉਂਗਾ। ਭਾਈ ਮੰਝ ਜੀ ਲੰਗਰ ਲਈ ਲੱਕੜਾਂ ਦੀ ਸੇਵਾ ਕਰਦੇ ਸੀ। ਇੱਕ ਦਿਨ ਭਾਈ ਮੰਝ ਜੀ ਲੱਕੜਾਂ ਲੈਣ ਜਾਂਦੇ ਨਾ, ਲੱਕੜਾਂ ਇਕੱਠੀਆਂ ਕਰਕੇ ਸਿਰ ਤੇ ਰੱਖ ਕੇ ਜਦੋਂ ਵਾਪਸ ਆਉਣ ਰਸਤੇ 'ਚ ਬਾਹਲੀ ਧੁੰਦ ਆ ਜਾਂਦੀ, ਬਾਹਲਾ ਮੀਂਹ ਆਉਣਾ, ਬਾਹਲੀ ਹਨੇਰੀ ਆਉਂਦੀ, ਉਹਨਾਂ ਨੂੰ ਜਿਸੋਂ ਬੰਦ ਹੋ ਜਾਂਦਾ, ਉਹ ਖੂਹ 'ਚ ਡਿੱਗ ਪੈਂਦੇ ਨੇ। ਗੁਰੂ ਅਰਜਨ ਦੇਵ ਜੀ ਨੂੰ ਫਿਰ ਪਤਾ ਲੱਗਦਾ ਭਾਈ ਮੰਝ ਜੀ ਕਿੱਥੇ ਰਹਿ ਗਏ। ਉਹਨਾਂ ਨੂੰ ਫਿਰ ਪਤਾ ਲੱਗਦਾ ਭਾਈ ਮੰਝ ਜੀ ਕੋਈ ਪ੍ਰੋਬਲਮ 'ਚ ਨੇ। ਫਿਰ ਗੁਰੂ ਸਾਹਿਬ ਨੇ ਕਿਹਾ ਸਿੰਘਿਓ ਰੱਸੀਆਂ ਚੱਕੋ, ਆਪਾਂ ਭਾਈ ਮੰਝ ਜੀ ਨੂੰ ਦੇਖਣ ਜਾਂਦੇ ਹਾਂ। ਫਿਰ ਮੰਝ ਜੀ ਨੂੰ ਦੇਖਦੇ ਆ, ਫਿਰ ਕੱਢਦੇ ਆ। ਉਹ ਕਹਿੰਦੇ ਪਹਿਲਾਂ ਤੁਸੀਂ ਲੱਕੜਾਂ ਕੱਢੋ ਗੁਰੂ ਸਾਹਿਬ, ਫਿਰ ਸੰਗਤ ਉਹ ਲੰਗਰ ਡਿੱਗਦੀ ਹੋਊਗੀ। ਫਿਰ ਉਹਨਾਂ ਨੇ ਲੱਕੜਾਂ ਕੱਢਿਆ, ਫਿਰ ਮੈਨੂੰ ਕੱਢਿਆ, ਫਿਰ ਉਹਨਾਂ ਨੂੰ ਕੱਢੇ ਭਾਈ ਮੰਝ ਜੀ ਨੂੰ। ਉਹਨਾਂ ਨੇ ਫਿਰ ਕਿਹਾ, ਉਹਨਾਂ ਨੇ ਆਦੇ ਗਲ ਵਿੱਚ ਜੱਫੀ ਪਾ ਕੇ ਬੋ ਕਿਹਾ, ਮੰਝ ਪਿਆਰਾ ਗੁਰੂ ਨੂੰ, ਗੁਰੂ ਪਿਆਰਾ ਮੰਝ। ਆਪਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ, ਕਿਆ ਬਾਤ ਹੈ। ਛੋਟੇ ਬੱਚੇ ਵੈਸੇ ਹੀ ਰੱਬ ਦਾ ਰੂਪ ਹੁੰਦੇ ਨੇ, ਪਰ ਜਦੋਂ ਛੋਟੇ ਬੱਚੇ ਗੁਰੂ ਵਿਰਸੇ ਨਾਲ ਜੁੜਦੇ ਹਨ ਤਾਂ ਸੱਚੀ ਇੰਜ ਲੱਗਦਾ ਹੈ ਕਿ ਜਿਵੇਂ ਇਹਨਾਂ ਦੇ ਬੋਲਾਂ ਵਿੱਚੋਂ ਫੁੱਲ ਖਿੜਦੇ ਹਨ। ਬਹੁਤ ਹੀ ਪਿਆਰ ਵਿੱਚ ਭਿੱਜ ਕੇ ਭਾਈ ਮੰਝ ਜੀ ਦੀ ਸਾਖੀ ਸੁਣਾ ਰਹੇ ਸਨ ਜਪ ਸਾਹਿਬ ਸਿੰਘ ਜੀ। ਆਓ ਹੁਣ ਆਪਾਂ ਇੱਕ ਹੋਰ ਛੋਟੇ ਜਿਹੇ ਬੱਚੇ ਸਹਿਜ ਸਿੰਘ ਜੀ ਤੋਂ ਉਹਨਾਂ 15 ਭਗਤਾਂ ਦੇ ਨਾਮ ਸੁਣੀਏ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂਸ਼ਨਡ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਰਵਿਦਾਸ ਜੀ, ਭਗਤ ਪੀਪਾ ਜੀ, ਭਗਤ ਬੇਰੀ ਜੀ, ਭਗਤ ਕਾਨਾ ਜੀ, ਭਗਤ ਜयदेव ਜੀ, ਭਗਤ ਪਰਮਾਨੰਦ ਜੀ, ਭਗਤ ਰਾਮਾਨੰਦ ਜੀ, ਭਗਤ ਭੀਖਨ ਜੀ, ਭਗਤ ਤਰਲੋਚਨ ਜੀ। ਵਾਹ, ਅਸੀਂ ਧੰਨਵਾਦੀ ਹਾਂ ਸਹਿਜ ਸਿੰਘ ਜੀ ਦੇ ਜਿਨ੍ਹਾਂ ਨੇ 15 ਭਗਤਾਂ ਦੇ ਨਾਮ ਸੁਣਾਏ ਹਨ। ਸਾਨੂੰ ਮਾਣ ਹੈ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਿਆਨੀ ਰਾਮ ਸਿੰਘ ਜੀ ਚਹਿਲਾਂ ਉੱਤੇ, ਜੋ ਕਿ ਸਿੱਖ ਕੌਮ ਦੀ ਨਵੀਂ ਪੀੜ੍ਹੀ, ਬੱਚੇ ਅਤੇ ਟੀਨਏਜਰਸ ਲਈ ਬਾ ਕਮਾਲ ਯਤਨ ਕਰ ਰਹੇ ਹਨ। ਅੱਜ ਸਾਰੇ ਮਾਪੇ ਹੈਰਾਨ ਹਨ ਕਿ ਜਿੱਥੇ ਘਰਾਂ ਵਿੱਚ 2-3 ਬੱਚੇ ਵੀ ਕੰਟਰੋਲ ਕਰਨੇ ਔਖੇ ਹੁੰਦੇ ਨੇ, ਉੱਥੇ ਅੰਕਲ ਜੀ ਗਿਆਨੀ ਰਾਮ ਸਿੰਘ ਚਹਿਲਾਂ ਜੀ ਕਲਾਸਾਂ ਅਤੇ ਕੈਂਪਾਂ ਵਿੱਚ 100 ਬੱਚਿਆਂ ਨੂੰ ਕੀਲ ਕੇ ਬਿਠਾ ਲੈਂਦੇ ਹਨ। ਸਾਰੇ ਬੱਚੇ ਉਹਨਾਂ ਦੇ ਟੀਚ ਕਰਨ ਦੇ ਅੰਦਾਜ਼ ਤੋਂ ਬਹੁਤ ਪ੍ਰਭਾਵਿਤ ਹਨ। ਉਹ ਬੱਚਿਆਂ ਦੇ ਹਿਡਨ ਟੈਲੈਂਟ ਨੂੰ ਉਭਾਰਨ ਲਈ ਅਣਥੱਕ ਮਿਹਨਤ ਕਰਦੇ ਹਨ। ਆਓ ਹੁਣ ਆਪਾਂ ਰਾਜਵੀਰ ਕੌਰ ਜੀ ਤੋਂ ਇੱਕ ਕਵਿਤਾ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਹੋਈ ਹਾਂ ਜਿਸ ਦੇ ਵਿੱਚ ਉਸ ਵੇਲੇ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਹੈ ਜਦੋਂ ਦੋਨੋਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਨੇ। ਤੇ ਦਇਆ ਸਿੰਘ ਜੀ ਗੁਰੂ ਮਹਾਰਾਜ ਨੂੰ ਕੀ ਕਹਿੰਦੇ ਨੇ, ਆਓ ਸੁਣਦੇ ਹਾਂ। ਚਮਕੌਰ ਵਾਲੀ ਗੜੀ ਹੋ ਕੇ ਲਾ ਪੁਕਾਰ ਦੀ, ਕਫਨ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ। ਦਇਆ ਸਿੰਘ ਹੋਣੀ ਵੇਖੋ ਮੁਖੋਂ ਪਏ ਬੋਲਵੇ, ਸੱਚੇ ਸਤ ਗੁਰੂ ਤੁਸੀਂ ਗੱਲ ਕਿਉਂ ਨਹੀਂ ਗਾਲਦੇ। ਵਾਸਤਾ ਤੁਹਾਨੂੰ ਨਿਭਾਓ
रसम जांदी वार दी कफन तो वांजी लाश अजीत ते जुजार दी कैसा होना जेड़ा हो गुरु वे प्यारे पहला वड्डा फिर छोटा जंग चूं तारिया समझ ना आवे मौज कैसी है दातार दी कफन तो वांजी लाश अजीत ते जुजार दी वेखता सही हो कोल बाजा वाले किना डूंगा फट अजी जुजार खा लिया एक बारी पाले गल वकड़ी प्यार दी कफन तो वांजी लाश अजीत ते जुजार दी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਓ, ਅਸੀਂ ਧੰਨਵਾਦੀ ਹਾਂ ਰਾਜਵੀਰ ਕੌਰ ਜੀ ਦੇ, ਜਿਹੜੇ ਵੀ ਪਰਿਵਾਰ, ਬੱਚੇ ਅਤੇ ਨੌਜਵਾਨ ਸਾਡੇ ਗੁਰ ਗਿਆਨ ਦਾ ਨਗਾਰਾ ਪ੍ਰੋਗਰਾਮ ਨੂੰ ਦੇਖਣ ਲਈ ਐਕਸਾਈਟਡ ਰਹਿੰਦੇ ਨੇ। ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। ਅਗਲੇ ਹਫਤੇ ਗੁਰ ਗਿਆਨ ਦਾ ਨਗਾਰਾ ਵਜਾਉਣ ਲਈ ਫਿਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ-ਇਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫੋਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਸ਼ਬਦ ਵਿਚਾਰਾ ਹਿੰਮਤ
ਸੁਣ ਸ਼ਬਦ ਵਿਚਾਰਾ